ਚਲੋ ਇਹਨੂੰ ਵੀ ਇਹਦਾ ਫਾਰਮ ਭਰੋ ਵੀ ਸਪੋਰਟਸ ਕੋਟੇ ਦੇ। ਉੱਥੇ ਮੇਰਾ ਫਾਰਮ ਵੀ ਭਰ ਲਿਆ ਜੀ, ਪਰ ਉਸ ਤੋਂ ਬਾਅਦ ਕਦੇ ਕਿਸੇ ਦੀ ਕੋਈ ਕਾਲ ਨਹੀਂ ਆਈ ਕਿਉਂਕਿ ਉੱਥੇ ਸਾਰੇ ਸਿਫਾਰਸ਼ੀ ਸੀ। ਅਸੀਂ ਜੇ ਇੰਨਾ ਪੈਸਾ ਫਿਰ ਅਸੀਂ ਆਪਦੇ ਭਾਈ ਦਾ ਇਲਾਜ ਹੀ ਨਾ ਕਰਾਂਗੇ, ਠੀਕ ਹੈ ਨਾ। ਪਰ ਹੁਣ ਦੁੱਖ ਇਹ ਹੁੰਦਾ ਹੈ ਮੇਰੇ ਖਿਆਲ ਵੀ ਕਿਤੇ ਡਿੱਗਣ ਦੀ ਕੋਸ਼ਿਸ਼ ਕੀਤੀ ਸੀ, ਉਹ ਕਿਵੇਂ ਸੀ? ਜੀ ਸਾਨੂੰ ਤੜਕੇ ਵੇਲੇ ਇਹ ਹਸਪੀਟਲ ਚੋਂ ਜਦੋਂ ਤੜਕੇ ਨੂੰ ਸਾਨੂੰ ਛੁੱਟੀ ਮਿਲੀ ਤੇ ਆਏ, ਮੈਂ ਇਹਨਾਂ ਨੂੰ ਕਿਹਾ, ਇਹਦੀ ਤਾਈ ਨੂੰ ਤੇ ਇਹਦੇ ਡੈਡੀ ਨੂੰ, ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਸੰਗਰੂਰ ਦੇ ਫਲੇੜਾ ਪਿੰਡ ਦੇ ਵਿੱਚ, ਜਿੱਥੇ ਕਿ ਆਪਾਂ ਗੱਲ ਕਰੀਏ ਤਾਂ ਇੱਕ ਮਾਂ ਖੇਡ ਕਬੱਡੀ ਦੀ ਇੱਕ ਬਹੁਤ ਹੀ ਵਧੀਆ ਖਿਡਾਰਨ ਹੈ ਸ਼ਿੰਦਰਪਾਲ ਕੌਰ। ਅੱਜ ਆਪਾਂ ਉਹਦੇ ਸਾਰੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ, ਕਿਉਂਕਿ ਜੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਾਂ ਤਾਂ ਉਹ 9 ਭੈਣਾਂ ਸੀ, ਇੱਕ ਭਰਾ, ਤੇ ਜਿਨ੍ਹਾਂ ਭੈਣਾਂ ਦੇ ਵਿੱਚੋਂ ਸਭ ਤੋਂ ਛੋਟੀ, ਤੇ ਜਦੋਂ ਉਹਦਾ ਜਨਮ ਹੋਇਆ ਤਾਂ ਉਸ ਨੂੰ ਵੀ ਅਡਾਪਟ ਨਹੀਂ ਸੀ ਕੀਤਾ ਜਾਂਦਾ ਪਰਿਵਾਰ ਵੱਲੋਂ, ਮਾਤਾ ਵੱਲੋਂ, ਪਿਤਾ ਵੱਲੋਂ। ਤੇ ਉਹਨਾਂ ਹਾਲਾਤਾਂ ਦੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਉਹ ਉਹਨੂੰ ਕਹਿ ਲਈਏ ਵੀ ਮਾਰਨਾ ਚਾਹੁੰਦੀ ਸੀ। ਪਰ ਅੱਜ ਉਸ ਕੁੜੀ ਦਾ ਜਿਹੜਾ ਨਾਮ ਹੈ ਮਾਂ ਖੇਡ ਕਬੱਡੀ ਦੇ ਵਿੱਚ ਬਹੁਤ ਉੱਚਾ ਹੈ। ਹੋਰ ਕੀ ਗੱਲਾਂ ਬਾਤਾਂ ਨੇ ਆਪਾਂ ਕਰਦੇ ਹਾਂ ਸਵਾਗਤ। ਤੇ ਸਾਡੇ ਨਾਲ ਨੇ ਸ਼ਿੰਦਰਪਾਲ ਜੀ, ਕਬੱਡੀ ਦੀ ਬਹੁਤ ਵਧੀਆ ਖਿਡਾਰ ਨੇ, ਉਹਨਾਂ ਦੇ ਭਰਾ ਨੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਾ ਤਾਂ ਇਹ ਬੋਲ ਸਕਦੇ ਨੇ ਨਾ ਸੁਣ ਸਕਦੇ ਨੇ, ਤੇ ਮਾਤਾ ਜੀ ਨੇ ਸੱਤਿਆ ਦੇਵੀ ਜੀ। ਤੇ ਪਹਿਲਾਂ ਆਪਾਂ ਮਾਤਾ ਜੀ ਤੋਂ ਹੀ ਜਾਣਨਾ ਚਾਹਾਂਗੇ। ਹਾਂਜੀ ਮਾਤਾ ਜੀ, ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਾਤਾ ਜੀ ਇਹ ਦੱਸੋ ਵੀ ਜਦੋਂ ਇਸ ਬੱਚੀ ਦਾ ਜਨਮ ਹੋਇਆ, ਸਾਨੂੰ ਪਤਾ ਲੱਗਾ ਸੀ ਕਿ ਉਸ ਟਾਈਮ ਤੇ ਤੁਸੀਂ ਇਹਨੂੰ ਮਤਲਬ ਕਿ ਰੱਖਣਾ ਨਹੀਂ ਸੀ ਚਾਹੁੰਦੇ, ਕੀ ਹਾਲਾਤ ਸੀ, ਕੀ ਕਾਰਨ ਸੀਗਾ ਜੀ? ਹਾਲਾਤ ਇਹ ਤੀ ਗਏ ਜੀ, ਪਹਿਲਾਂ 8 ਬੇਟੀਆਂ ਸੀਆਂ ਜੀ। ਹਾਂਜੀ, ਜਦੋਂ ਸਾਨੂੰ ਪਤਾ ਸੀਗਾ ਵੀ ਬੇਟੀ ਹੈ ਇਹ ਵੀ, ਜਦੋਂ ਮੈਨੂੰ ਲੈ ਕੇ ਗਏ ਜਖੇਪਲ ਕੇਸ ਕਰਨ ਵਾਸਤੇ ਸੀਲੋ ਦੇ ਹਸਪਤਾਲ 'ਚ ਜੀ, ਜਦੋਂ ਇਹ ਬੇਟੀ ਹੋਈ ਜੀ ਬਹੁਤ ਪਰੇਸ਼ਾਨ ਹੋ ਗਏ ਸਾਰੇ। ਜਦੋਂ ਜਿਹੜੇ ਕਮਰੇ 'ਚ ਇਹ ਹੋਈ ਉਸੇ ਫੱਟੇ ਤੇ ਹੀ ਇਹ ਪਾਤੀ, ਨਾਲ ਇਹਦੀ ਤਾਈ ਜੀ ਤੀ। ਜਦੋਂ ਫੱਟੇ ਤੇ ਪਾਤੇ ਤੇ ਅੰਦਰ ਮੈਂ ਪਈ ਤੀ ਸਾਰੀ ਰਾਤ, ਤਾਂ ਜੀ ਇਹ ਕਿਸੇ ਨੇ ਚੱਕੀ ਨਹੀਂ, ਉੱਥੇ ਪਈ ਰਹੀ, ਰੋਈ ਗਈ, ਕਰਲਾਈ ਗਈ, ਕਿਉਂ ਉਹ ਮੇਰੀ ਸੰਭਾਲ ਕਰਨ ਲੱਗ ਗਈ, ਮੈਂ ਜ਼ਿਆਦਾ ਐਬਸੈਂਟ ਸੀਗੀ। ਜਦੋਂ ਇਹਦਾ ਪਾਪਾ ਜੀ ਗਏ, ਇਹ ਵੀ ਜਾ ਕੇ ਉੱਥੇ ਸੌਂ ਗਈ। ਜਦੋਂ ਇਹ ਤੜਕੇ ਸਵੇਰੇ 4 ਵਜੇ ਉੱਠੇ, ਇਹਨਾਂ ਨੇ ਉੱਠ ਕੇ ਆਖਿਆ ਵੀ ਇਹ ਬੱਚਾ ਕਿਹਦਾ ਹੈਗਾ, ਵੀ ਜਿਹੜਾ ਇਹ ਰੋਈ ਕਰਲਾਈ ਜਾਂਦਾ, ਵੀ ਇਹਨੂੰ ਕੋਈ ਚੱਕ ਨਹੀਂ ਰਿਹਾ। ਜਦੋਂ ਇਹ ਉੱਠ ਕੇ ਅੰਦਰ ਗਿਆ, ਇਹਦੀ ਤਾਈ ਜੀ ਨੂੰ ਲੱਗਿਆ ਕਹਿਣ, ਕਹਿੰਦਾ ਐਂ ਕਰਕੇ ਵੀ ਆਪਣੇ ਬੱਚਾ ਆਪਾਂ ਆਏ ਸੀ ਵੀ ਕਿਵੇਂ ਹੈ ਸੱਤਿਆ, ਵੀ ਕਿਵੇਂ ਹੈ ਕੁਛ। ਉਹ ਕਹਿੰਦੀ ਵੀ ਬੇਟੀ ਹੈ। ਕਹਿੰਦਾ ਕਿੱਥੇ ਹੈ? ਕਹਿੰਦੀ ਉਹ ਉੱਥੇ ਹੀ ਪਈ ਹੈ। ਉਹ ਕਹਿੰਦਾ ਵੀ ਉਹ ਫਿਰ ਜਿਹੜੀ ਸਾਰੀ ਰਾਤ ਦੀ ਰੋਈ ਜਾਂਦੀ ਹੈ ਉਹ ਬੇਟੀ ਫਿਰ ਆਪਣੀ ਹੋਈ ਹੈ? ਕਹਿੰਦੀ ਹਾਂ। ਕਹਿੰਦਾ ਫਿਰ ਲਿਆਓ ਚੱਕ ਕੇ। ਇਹਨੇ ਚੱਕ ਕੇ ਜੀ ਇਸ ਤਰ੍ਹਾਂ ਪੂਰਾ ਲਿਆ ਹੋਇਆ ਸੀ, ਮਾਘ ਦਾ ਮਹੀਨਾ ਸੀਗਾ ਜੀ, 2 ਮਾਘ ਦਾ ਜਨਮ ਹੈ ਜੀ ਇਹਦਾ। ਇਹਨੇ ਇਸ ਤਰ੍ਹਾਂ ਉਹਨੇ ਐਂ ਚੱਕ ਕੇ ਪੂਰੇ 'ਚ ਬਲੇਟ ਲਈ, ਆ ਕੇ ਕਹਿੰਦਾ ਲੈ ਫੜੋ ਇਹਨੂੰ ਰਜਾਈ 'ਚ ਪਾਓ। ਜਿੱਥੇ ਉਹ ਫਿਰਦੀਆਂ ਨੇ ਪਾਗੀਆਂ, ਕਹਿੰਦਾ ਇਹ ਵੀ ਪਲ ਜੂਗੀ। ਕਹਿੰਦਾ ਤੁਸੀਂ ਤਾਂ ਮਾਤਾ ਜੀ ਅਪਸੈਟ ਸੀ, ਹਾਂਜੀ ਠੀਕ ਹੈ, ਤੇ ਤੁਹਾਨੂੰ ਨਹੀਂ ਸੀ ਪਤਾ, ਪਰ ਜਿਹੜੇ ਤੁਹਾਡੇ ਨਾਲ ਗਏ ਸੀ ਉਹਨਾਂ ਨੇ ਨਹੀਂ ਕੋਸ਼ਿਸ਼ ਕੀਤੀ ਵੀ ਅਸੀਂ ਬੇਟੀ ਨੂੰ ਸੰਭਾਲ ਤਾਂ ਲਈਏ? ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕਰੀ। ਉਹਨਾਂ ਨੂੰ ਐਂ ਹੋ ਗਿਆ ਜੀ, ਕਰ ਤੋਂ ਲੈਂਦੇ ਵੀ ਜੇ ਇਹਦੇ ਸਾਹਮਣੇ ਲਿਆਂਦੀ ਜਾਂ ਆਪਾਂ ਕੁਛ ਚੱਕ ਕੇ ਇਹਦੇ ਨਾਲ ਪਾਈ ਜਾਂ ਵੀ ਆਪਾਂ ਸਾਹਮਣੇ ਵੀ ਕਿਤੇ ਇਹ ਜ਼ਿਆਦੇ ਉਹ ਨਾ ਹੋ ਜੇ। ਅੱਛਾ, ਤੁਹਾਨੂੰ ਪਤਾ ਨਹੀਂ ਸੀ? ਉਹ ਡਰ ਗਿਆ, ਮੈਨੂੰ ਕੋਈ ਪਤਾ ਨਹੀਂ ਸੀਗਾ ਵੀ ਬੇਟੀ ਹੋਈ ਹੈ। ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਮੇਰੇ ਖਿਆਲ ਵੀ ਕਿਤੇ ਡਿੱਗਣ ਦੀ ਕੋਸ਼ਿਸ਼ ਕੀਤੀ ਸੀ, ਉਹ ਕਿਵੇਂ ਸੀ? ਜੀ ਸਾਨੂੰ ਤੜਕੇ ਵੇਲੇ ਇਹ ਹਸਪੀਟਲ ਚੋਂ ਜਦੋਂ ਤੜਕੇ ਨੂੰ ਸਾਨੂੰ ਛੁੱਟੀ ਮਿਲੀ ਤੇ ਆਏ, ਮੈਂ ਇਹਨਾਂ ਨੂੰ ਕਿਹਾ, ਇਹਦੀ ਤਾਈ ਨੂੰ ਤੇ ਇਹਦੇ ਡੈਡੀ ਨੂੰ, ਮੈਂ ਕਿਹਾ ਮੈਂ ਘਰੇ ਨਹੀਂ ਲੈ ਕੇ ਜਾਂਦੀ ਇਹਨੂੰ। ਕਹਿੰਦੇ ਕਿਉਂ? ਮੈਂ ਕਿਹਾ ਨਾ, ਮੈਨੂੰ ਅਗਲਾ ਇਹ ਆਖੂਗਾ ਵੀ ਇਹ ਇੰਨੀਆਂ ਬੇਟੀਆਂ ਹੋ ਗਈਆਂ ਵੀ ਇਹਨਾਂ ਨੂੰ ਕਿਵੇਂ ਇਹ ਖਵਾਊਗੀ, ਕਿਵੇਂ ਭਨਿਆਊਗੀ, ਕਿਵੇਂ ਸਾਂਭੂਗੀ। ਮੈਂ ਕਿਹਾ ਨਾ। ਇਹ ਕਹਿੰਦੇ ਵੀ ਇਸ ਤਰ੍ਹਾਂ ਨਾ ਕਰੋ। ਜਦੋਂ ਆ ਕੇ ਜੀ ਅਸੀਂ ਉੱਥੇ ਜਿੱਥੇ ਜਖੇਪਲੂਰਾਂ
ਵਿਸਾਲ ਜੀ ਤੇ ਪਿੱਪਲਾਂ ਜੀ ਐਂ ਮੋੜ ਮੁੜਦੇ ਆ। ਮੈਂ ਇਹਨਾਂ ਨੂੰ ਆਖਿਆ ਉੱਥੇ, ਮੈਂ ਕਿਹਾ ਗੱਡੀ ਖੜਾ ਲਓ। ਇਹਨਾਂ ਨੇ ਗੱਡੀ ਖੜਾ ਲਈ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਫੜੋ ਬੇਟੀ ਨੂੰ, ਵੀ ਇਹਨੂੰ ਸਿੱਟੋ। ਉਹ ਕਹੇ ਜੀ ਮੈਂ ਨਹੀਂ ਸਿੱਟਦਾ, ਉਹ ਕਹੇ ਮੈਂ ਸਿੱਟਦਾ। ਮੈਂ ਕਿਹਾ ਮੈਨੂੰ ਫੜਾਓ, ਮੈਂ ਸਿੱਟੂਗੀ। ਮੈਂ ਘਰੇ ਜਾ ਨਹੀਂ ਰਹੀ ਉਹਨਾਂ ਚਿਰ ਜਿੰਨਾ ਚਿਰ ਇਹ ਬੇਟੀ ਨੂੰ ਤੁਸੀਂ ਇਹਨੂੰ ਕੁੜੀ ਨੂੰ ਸਿੱਟਦੇ ਨਹੀਂ। ਇਹਦਾ ਪਾਪਾ ਕਹਿੰਦਾ ਵੀ ਮੈਂ ਹੱਥ ਬੰਨ੍ਹ ਕੇ ਤੇਰੇ ਮੂਹਰੇ ਬੇਨਤੀ ਕਰਦਾ ਵੀ ਜਿੱਥੇ ਉਹ ਪਾਲ ਲੀਆਂ ਭਾਈ ਵੀ ਪਾਲ ਲਾਂਗੇ, ਤੁਸੀਂ ਇਹਨੂੰ ਸਿੱਟੋ ਨਾ। ਉੱਥੋਂ ਜੀ ਅਸੀਂ ਘਰੇ ਲੈ ਕੇ ਵਾਪਸ ਆ ਗਏ। ਮਾਤਾ ਜੀ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਫਿਰ ਬਿਲਕੁਲ ਵੀ? ਠੀਕ ਹੈ, ਅਸੀਂ ਮੰਨਦੇ ਆ ਵੀ ਇੰਨੀਆਂ ਬੇਟੀਆਂ ਘਰ ਦੇ ਵਿੱਚ ਗਰੀਬੀ ਸੀ, ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀ, ਵੀ ਤੁਹਾਡੇ ਮਨ ਨੇ ਨਹੀਂ ਕਿਹਾ ਵੀ ਇਹ ਮੈਂ ਕੀ ਕਰ ਰਹੀ ਹਾਂ? ਹਾਂ, ਮੇਰੇ ਮਨ ਮੈਂ ਔਖਾ ਤੀਗਾ ਜੀ ਚਿੱਤ ਵੀ ਮੈਂ ਇੰਨੀਆਂ ਬੇਟੀਆਂ ਦਾ ਕੀ ਕਰੂੰਗੀ, ਵੀ ਘਰੇ ਕੋਈ ਜਾਇਦਾਦ ਨਹੀਂ, ਕੋਈ ਘਰੇ ਕਮਾਈ ਨਹੀਂ, ਵੀ ਦਿਹਾੜੀ ਵਾਲਾ ਇੱਕ ਕਮਾਉਂਦਾ ਵਿਚਾਰਾ, ਵੀ ਇੰਨੀਆਂ ਬੇਟੀਆਂ ਦਾ ਅਸੀਂ ਕੀ ਕਰਾਂਗੇ। ਮੇਰਾ ਮਨ ਜ਼ਿਆਦੇ ਉਹ ਹੋ ਰਿਹਾ ਸੀਗਾ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਲੈ ਆਏ, ਇਹ ਵੱਡੀ ਹੋਈ ਕਬੱਡੀ ਦੇ ਵਿੱਚ, ਅੱਜ ਹੋਰ ਕੱਲ ਹੋਰ। ਅੱਜ ਦੇਖਿਆ ਜਾਵੇ ਤੁਹਾਡੇ ਘਰ ਦੀ ਕਬੀਲਦਾਰੀ ਵੀ ਇਹਦੇ ਸਿਰ ਤੋਂ ਚੱਲਦੀ ਹੈ, ਤੇ ਅੱਜ ਤੁਹਾਨੂੰ ਫਿਰ ਉਹ ਦਿਨ ਚੇਤੇ ਕਰਕੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਾਂ ਉੱਭਰਦੀਆਂ ਹੋਣੀਆਂ ਮਨ ਦੇ ਵਿੱਚ, ਬੜੀਆਂ ਚੀਜ਼ਾਂ ਆਉਂਦੀਆਂ ਜੀ। ਫਿਰ ਅਸੀਂ ਇਹਦਾ ਨਾਂ ਜੀ ਸਿੰਦਰਪਾਲ ਧਰ ਲਿਆ। ਸਿੰਦਰਪਾਲ ਧਰ ਲਿਆ। ਫਿਰ ਜਦੋਂ ਸਾਡੇ ਆਹ ਬੇਟਾ ਹੋ ਗਿਆ, ਉਹਨਾਂ ਚਿਰ ਤਾਂ ਅਸੀਂ ਇਹ ਕੋਈ ਇੰਨਾ ਮੂੰਹ ਨਹੀਂ ਲਾਈ, ਇੰਨਾ ਵਧੀਆ ਨਹੀਂ ਉਹ ਕਰਿਆ ਪਾਲਣਾ। ਜਦੋਂ ਸਾਡੇ ਆ ਬੇਟਾ ਆ ਗਿਆ, ਫਿਰ ਅਸੀਂ ਇਹਦੀ ਬਹੁਤ ਜ਼ਿਆਦੇ ਪਾਲਣਾ ਕਰੀ। ਅਸੀਂ ਆਖਿਆ ਵੀ ਇਹ ਭਾਗਾਂ ਵਾਲੀ ਤੀ, ਭਾਈ ਦੀ ਬਾਂਹ ਲਿਆਈ ਹੈ, ਭਰਾ ਦੀ ਬਹੁਤ ਭਾਗਾਂ ਵਾਲੀ ਹੈ ਇਹ, ਜਿਹੜੀ ਆਪਣੇ ਭਾਈ ਦੀ ਬਾਂਹ ਲਿਆਈ ਹੈ ਫੜ ਕੇ। ਤੇ ਮਾਤਾ ਜੀ ਅੱਜ ਮਾਣ ਤਾਂ ਮਹਿਸੂਸ ਹੁੰਦਾ ਹੈ, ਕਿਉਂਕਿ ਦੇਖੋ ਅੱਜ ਇਹ ਹੈ ਨਾ ਵੀ ਨਾ ਕਬੱਡੀ ਦੇ ਵਿੱਚ ਬਹੁਤ ਉੱਚਾ ਹੈ, ਉਮੀਦ ਬਹੁਤ ਹੈ ਤੁਹਾਡੇ ਪਰਿਵਾਰ ਦਾ, ਜਿਹੜਾ ਕਹਿ ਲਈਏ ਤਾਂ ਜਿੰਨਾ ਵੀ ਖਰਚਾ ਜਿਹੜਾ ਇਹਦੇ ਸਿਰ ਤੋਂ ਚੱਲਦਾ ਜੀ। ਹਾਂਜੀ, ਸਾਡਾ ਇਸ ਐਡਾ ਵੱਡਾ ਇਹਨੇ ਨਾਂ ਚਮਕਾਤਾ। ਸਾਡਾ ਉਦੋਂ ਮਨ ਅੰਦਰੋਂ ਹੋਤੀਗਾ ਜੀ, ਨਹੀਂ ਅਸੀਂ ਕੋਈ ਆਪਦੇ ਪੁੱਤ ਧੀ ਨੂੰ ਕੋਈ ਸਿੱਟਦਾ ਨਹੀਂ। ਫਿਰ ਜੀ ਸਾਨੂੰ ਉਰੇ ਸਾਡੇ ਬੌਰੀਏ ਰਾਜਪੂਤ ਹੁੰਦੇ ਨੇ, ਤੁਸੀਂ ਆਪ ਹੀ ਸਮਝਦਾਰ ਹੋ, ਉਹ ਸਾਨੂੰ ਕਹਿੰਦੇ ਵੀ ਸਾਡੇ ਕਾਕੇ ਨੇ ਤਿੰਨ, ਵੀ ਸਾਨੂੰ ਇਹ ਗੁੱਡੀ ਨੂੰ ਦੇ ਦਿਓ। ਅਸੀਂ ਆਖਿਆ ਵੀ ਲੈ ਲਓ। ਮੈਂ ਬਹੁਤ ਜੀ ਇਹ ਤੇ ਬਹੁਤ ਹੋਤੀ, ਮੈਂ ਕਹਿ ਦਿੰਦੀ ਵੀ ਮੈਂ ਇਹਦੀ ਪਾਲਣਾ ਵੀ ਨਹੀਂ ਕਰਦੀ ਤੀ ਚੱਜ ਨਾਲ। ਤੁਹਾਡੇ ਕੋਲੇ ਅੱਜ ਬੋਲਦੀਆਂ, ਮੈਂ ਇਹਨੂੰ ਸਾਂਭਿਆ ਨਹੀਂ ਚੱਜ ਨਾਲ। ਉਹ ਆ ਗਏ ਜੀ ਲੈਣ ਵਾਸਤੇ ਦੋਏ ਜੀ। ਉਹਨਾਂ ਨੂੰ ਮੈਂ ਇੱਕ ਗੱਲ ਕਹੀ ਜੀ, ਮੈਂ ਆਖਿਆ ਜੀ ਮੇਰੀ ਇੱਕ ਗੱਲ ਮੰਨ ਲਓ। ਕਹਿੰਦੇ ਕੀ? ਮੈਂ ਕਿਹਾ ਵੀ ਤੁਸੀਂ ਬੌਰੀਏ ਰਾਜਪੂਤ ਹੁੰਦੇ ਨੇ, ਵੀ ਮੇਰੀ ਬੇਟੀ ਨੂੰ ਬੌਰੀਆਂ ਦੇ ਨਾ ਵਿਆਹਿਓ, ਪੰਡਤਾਂ ਦੇ ਵਿਆਹ ਦਿਓ, ਅਸੀਂ ਸਾਰਸਵਤ ਪੰਡਤ ਹਾਂ। ਉਹ ਕਹਿੰਦੇ ਨਾ ਵੀ ਇਹ ਗੱਲ ਨਹੀਂ ਮੰਨਦੀ। ਫਿਰ ਮੈਂ ਕਿਹਾ ਮੈਂ ਬੇਟੀ ਦਿੰਦੀ ਨਹੀਂ। ਫਿਰ ਉਹ ਮੁੜ ਗਏ ਜੀ। ਹਾਂ, ਮੁੜ ਗਏ ਉਹ। ਤੇ ਮਾਤਾ ਜੀ ਹੁਣ ਆਪਾਂ ਗੱਲ ਕਰ ਲਈਏ ਬੇਟੇ ਬਾਰੇ, ਇਹ ਨਾ ਇਹਨੂੰ ਸੁਣਦਾ ਨਾ ਇਹ ਬੋਲ ਸਕਦਾ, ਇਹ ਜਮਾਂਦਰੂ ਹੀ ਹੈ? ਹਾਂਜੀ, ਜਮਾਂਦਰੂ ਤੀ। ਜਦੋਂ ਇਹ ਸਮਝੋ ਹੋਇਆ, ਇਹ ਰੋਇਆ ਨਹੀਂ ਜੀ। ਹਾਂਜੀ। ਤੇ ਉਸ ਤੋਂ ਬਾਅਦ ਕੋਈ ਡਾਕਟਰਾਂ ਨੂੰ ਦਿਖਾਇਆ ਹੋਵੇ, ਕੀ ਕਿਹਾ ਜੀ? ਦਿਖਾਇਆ, ਪਟਿਆਲੇ ਵੀ ਦਿਖਾਇਆ। ਇਹ ਜੀ ਉਹ ਪਟਿਆਲੇ ਦਿਖਾਇਆ, ਬਹੁਤ ਜ਼ਿਆਦਾ ਇਹਦੀ ਉਹ ਕਰੀ ਅਸੀਂ, ਬਾਕੀ ਇਹਦੇ ਸਰਟੀਫਿਕੇਟ ਵੀ ਬਣੇ। ਉਹ ਕਹਿੰਦੇ ਵੀ ਇਹਦੀ ਉਰਦੂ ਵਾਲੀ ਚ ਇਹਦੀ ਨਾੜ ਬੋਲਣ ਵਾਲੀ ਚਿਪੀ ਹੋਈ ਹੈ, ਵੀ ਵਜਨ ਚੱਕਿਆ ਹੋਇਆ, ਪੇਟ ਤੇ ਵਜਨ ਦਾ ਵਜਨ ਆ ਗਿਆ। ਕਹਿੰਦਾ ਵੀ ਇਹਦੀਆਂ ਨਾੜਾਂ ਚਿਪ ਗਈਆਂ ਬੋਲਣ ਵਾਲੀਆਂ। ਹਾਂ, ਵੀ ਤੁਸੀਂ ਕੋਈ ਕਾਸਰ ਚ ਨਾ ਪਾਓ, ਮਾਸਰ ਚ ਨਾ ਪਾਓ, ਇਹਦਾ ਵੱਡੇ ਹੋਏ ਦਾ ਆਪਰੇਸ਼ਨ ਹੋਊਗਾ ਜਦੋਂ ਇਹ 18 ਸਾਲ ਤੋਂ ਬਾਅਦ ਹੋ ਗਿਆ। ਹੁਣ ਜੀ ਫਿਰ ਸਾਡੇ ਕੋਲੇ ਵੀ ਕੋਈ ਹੈ ਨਹੀਂ ਤੇ ਕੋਈ ਆਪਰੇਸ਼ਨ ਦਾ ਪ੍ਰਬੰਧਕ। ਹਾਂਜੀ, ਬਿਲਕੁਲ ਜੀ, ਬਿਲਕੁਲ। ਆਪਰੇਸ਼ਨ ਤਾਂ ਅਸੀਂ ਤਾਂ ਕਰਾਈਏ ਜੇ ਸਾਡੇ ਕੋਲੇ ਕੋਈ ਪ੍ਰਬੰਧਕ ਹੋਵੇ। ਹਾਂਜੀ, ਜੇ ਕੋਈ ਇੰਤਜ਼ਾਮ ਹੋਵੇ, ਕੋਈ ਚਾਨਣ ਦਿੰਦਾ ਹੋਵੇ। ਚਾਨਣ ਦਿੰਦਾ ਹੋਵੇ, ਫਿਰ ਇਹਦਾ ਆਪਰੇਸ਼ਨ ਸਾਥੋਂ ਕਰਾਇਆ ਨਹੀਂ ਗਿਆ ਜੀ। ਤੇ ਮਾਤਾ ਜੀ ਹੁਣ ਪਰਿਵਾਰ ਲੰਬਾ ਸੀਗਾ ਹਨਾ, ਬੱਚੇ ਛੋਟੇ ਸੀ, ਤੇ ਇਹਨਾਂ ਦਾ ਜਿਹੜਾ ਗੁਜ਼ਾਰਾ ਸੀ ਜਿਹੜਾ ਉਹ ਤੁਸੀਂ ਕਿਸ ਤਰ੍ਹਾਂ ਕਰਦੇ ਸੀ? ਕੀ ਕੰਮ ਕਰਦੇ? ਅਸੀਂ ਜੀ ਕਰਦੇ ਤੇ ਇਹਦੇ ਪਾਪਾ ਜੀ ਸੀਰੀ ਰਲਦੇ ਹੁੰਦੇ ਤੇ। ਮੈਂ ਲੋਕਾਂ ਦੇ ਸਕੂਲ 'ਚ ਤਾਂ ਮੈਂ ਬਾਅਦ 'ਚ ਲੱਗੀ ਹਾਂ, ਉਦੋਂ ਮੈਂ ਸਕੂਲ ਲੋਕਾਂ ਦੇ ਨਰਮੇ ਬਕਾਹਾਂ ਚੁਗਣ ਜਾਂਦੀ ਹੁੰਦੀ। ਉਦੋਂ ਕਿਉਂ ਆਪਦਾ ਸਰੀਰ ਵਧੀਆ ਤੀ, ਜ਼ਿਆਦੇ ਤੀ। ਅਸੀਂ ਤੀ ਇਹ ਤਾਂ ਪਾਲੀਆਂ ਦੇ ਕੁਛ, ਅਸੀਂ ਪਿੰਡ ਦੇ ਸਹਿਯੋਗ ਨਾਲ ਪਾਲੀਆਂ ਦੀਆਂ। ਪਿੰਡ ਦੇ ਸਹਿਯੋਗ ਨਾਲ ਹੀ ਇਹਨਾਂ ਦੇ ਬਣਤ ਬਣਾਈ, ਪਿੰਡ ਦੇ ਸਹਿਯੋਗ ਨਾਲ ਹੀ ਇਹ ਵਿਆਹੀਆਂ। ਸਾਰਾ ਸਾਨੂੰ ਪਿੰਡ ਦਾ ਸਹਿਯੋਗ ਤੀਗਾ। ਹੁਣ 6 ਧੀਆਂ ਵਿਆਹੀਆਂ ਹੋਈਆਂ ਨੇ? ਹਾਂਜੀ, 5 ਵਿਆਹੀਆਂ ਨੇ ਜੀ। ਇਹ ਬੇਟੀ ਕੁਮਾਰੀ ਹੈ ਸਿੰਦਰਪਾਲ। ਹਾਂਜੀ ਜੀ, ਮਤਲਬ 3 ਜਿਹੜੀਆਂ ਉਹ ਐਕਸਪਾਇਰ ਹੋਏ ਸੀ? ਉਹ ਤਾਂ ਜੀ ਉਹ ਹੋ ਗਈ ਸੀ, ਡੈਥ ਹੋ ਗਈ। ਇੱਕ ਤਾਂ 2.5 ਸਾਲ ਦੀ ਤੀ, ਇੱਕ 12 ਤੇ 2 12 12 13 ਦਿਨਾਂ ਦੀਆਂ ਹੀ ਹੋ ਕੇ ਮੁੱਕ ਗਈਆਂ ਜੀ। ਸੋ ਮਾਤਾ ਜੀ ਉਹ ਗਲਤੀ ਕਰਦੇ 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 ਮਤਲਬ ਕੁਦਰਤੀ ਤੁਹਾਡੇ ਮਨ ਦੇ ਵਿੱਚ ਆਇਆ ਨਾ, ਅੱਜ ਇਸ ਬੱਚੀ ਨੇ ਤੁਹਾਡਾ, ਸਾਡੇ ਇਲਾਕੇ ਦਾ, ਪੂਰੇ ਜ਼ਿਲ੍ਹੇ ਦਾ, ਹਾਂਜੀ, ਦੁਨੀਆ ਦੇ ਵਿੱਚ ਬੜਾ ਮਾਣ ਪਿਆਰ ਆਉਂਦਾ। ਹੁਣ ਤਾਂ ਬਹੁਤ ਜ਼ਿਆਦਾ ਪਿਆਰ ਆਉਂਦਾ ਵੀ ਇਹਨੇ ਸਾਡਾ ਐਡਾ ਵੱਡਾ ਰੋਸ਼ਨ ਨਾਂ ਕਰਤਾ, ਨਵਾਂ ਨਾਂ ਚਮਕਾਤਾ। ਨਾ ਵੀ ਚਮਕਾ ਰਿਹਾ ਤੇ ਤੁਹਾਨੂੰ ਸੰਭਾਲ ਵੀ ਰਹੀ ਹੈ ਨਾਲ ਜੀ, ਕਬੀਲਦਾਰੀ ਦਾ ਜੀ। ਸਾਰੀ ਕਬੀਲਦਾਰੀ ਸਾਂਭਦੀ ਹੈ ਸਾਡੀ। ਹਾਂਜੀ, ਸਾਨੂੰ ਹੁਣ ਮੈਥੋਂ ਤਾਂ ਸਾਲ ਹੋ ਗਿਆ, ਮੈਂ ਮੰਜੇ ਤੇ ਬੈਠੀ ਹਾਂ, ਹੁਣ ਇਹੀ ਸਾਂਭਦੀ ਹੈ। ਤੇ ਹੁਣ ਇਹਦੇ ਪਾਪਾ ਤੋਂ ਵੀ ਕੰਮ ਨਹੀਂ ਹੁੰਦਾ। ਇੱਕ ਬਾਂਹ ਮਾਜੂ ਹੈ ਸਾਰੀ, ਤੇ ਬਾਕੀ ਹੁਣ ਸਾਡੀ 70 65 ਸਾਲ ਦੀ ਉਮਰ ਹੈ ਜੀ। ਹੁਣ ਅਸੀਂ ਕੰਮ ਦੇ ਵੀ ਨਹੀਂ ਹੋ ਹੈਗੇ, ਹੁਣ ਇਹੀ ਕਰਦੀ ਹੈ ਵਿਚਾਰੀ। ਸੋ
ਹੁਣ ਦੋਸਤੋ ਆਪਾਂ ਗੱਲਬਾਤ ਕਰਾਂਗੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਬੱਡੀ ਦੀ, ਬਹੁਤ ਵਧੀਆ ਖਿਡਾਰਨ ਹੈ ਸ਼ਿੰਦਰਪਾਲ ਬਈ। ਜਿਹੜੀ ਤੁਹਾਡੀ ਕਬੱਡੀ ਦੀ ਸ਼ੁਰੂਆਤ ਹੈ ਉਹ ਤੁਸੀਂ ਕਿਹੜੀ ਕਲਾਸ ਤੋਂ ਕੀਤੀ ਸੀ? ਮੈਂ ਕਬੱਡੀ ਦੀ ਸ਼ੁਰੂਆਤ ਸੀ ਜਿਹੜੀ ਮੈਂ 5ਵੀਂ ਕਲਾਸ ਤੋਂ ਕੀਤੀ ਸੀ। ਸਰਕਾਰੀ ਸਕੂਲ ਦੇ ਵਿੱਚ, ਮੇਰੇ ਪਿੰਡ ਦੇ ਸਕੂਲ ਸੀਗਾ, ਉੱਥੋਂ ਕੀਤੀ ਸੀ। ਅਤੇ ਉੱਥੋਂ ਜਿਹੜੇ ਮਾਸਟਰ ਜਰਨੈਲ ਸਿੰਘ ਜੀ ਸੀਗੇ, ਉਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਅਤੇ ਮਤਲਬ ਮੇਰੇ ਘਰ ਦੇ ਫੀਸ ਵਗੈਰਾ ਨਹੀਂ ਭਰ ਸਕਦੇ ਸੀ, ਉਹਨਾਂ ਨੇ ਖੁਦ ਆਪਦੀ ਜੇਬ ਦੇ ਵਿੱਚੋਂ ਫੀਸ ਫੂਸ ਭਰ ਕੇ ਮੈਨੂੰ 10 ਤੱਕ ਵਧੀਆ ਪੜ੍ਹਾਇਆ। ਅਤੇ ਮੈਨੂੰ ਖੇਡਾਂ ਦੇ ਵਿੱਚ ਬਹੁਤ ਪ੍ਰੇਰਿਤ ਕੀਤਾ, ਯਾਨੀ ਕਿ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੈਗਾ। ਅਤੇ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਜੌਨ ਜ਼ਿਲ੍ਹਾ ਖੇਡ ਕੇ ਆਈ ਜੀ। ਪਹਿਲੀ ਵਾਰ ਮੈਂ ਸਟੇਟ ਖੇਡਣ ਗਈ, ਮਾਨਸਾ ਸਟੇਟ ਹੋਈ ਜੀ। ਉਹਦੇ ਵਿੱਚੋਂ ਅਸੀਂ ਤਕਰੀਬਨ ਵਧੀਆ ਖੇਡੇ, ਪ੍ਰਦਰਸ਼ਨ ਵਧੀਆ ਕੀਤਾ, ਪਰ ਸਾਨੂੰ ਬਸ ਵੀ ਠੀਕ ਸੀਗਾ, ਵਧੀਆ ਸੀਗਾ, ਵੀ ਕੋਈ ਜਿੱਤ ਨਹੀਂ ਹਾਸਲ ਹੋਈ, ਕਿਉਂਕਿ ਪਹਿਲਾ ਟੂਰਨਾਮੈਂਟ ਸੀਗਾ ਸਾਡਾ। ਉਸ ਤੋਂ ਬਾਅਦ ਹੌਲੀ ਹੌਲੀ ਜਿਉਂ ਮੇਰੀ ਕਲਾਸ ਵੱਧਦੀ ਗਈ ਤਾਂ ਮੈਂ ਵਧੀਆ ਖੇਡਦੀ ਗਈ। ਅਤੇ ਫਿਰ ਉਸ ਤੋਂ ਬਾਅਦ ਮੈਨੇ 3-4 ਸਾਲ ਵਧੀਆ ਮੈਂ ਸਟੇਟ ਵੀ ਖੇਡਦੀ ਜਾਂਦੀ ਸੀ, ਅਤੇ ਉੱਥੇ ਮੇਰੀ ਸਿਲੈਕਸ਼ਨ ਵੀ ਹੋ ਜਾਂਦੀ ਸੀ, ਨੈਸ਼ਨਲ ਨੂੰ ਵੀ ਜਾਂਦੀ ਸੀ, ਕੈਂਪ ਵਗੈਰਾ ਲੱਗਦੇ ਸੀਗੇ, ਕੈਂਪਾਂ ਦੇ ਵਿੱਚ ਮੇਰਾ ਨਾਂ ਹੁੰਦਾ ਸੀਗਾ, ਵਧੀਆ ਸਿਲੈਕਸ਼ਨ ਹੁੰਦੀ ਸੀ ਉੱਥੇ, ਮੇਰੀ ਪ੍ਰਦਰਸ਼ਨ ਵੀ ਬਹੁਤ ਵਧੀਆ ਕਰਦੀ ਸੀ ਮੈਂ ਉੱਥੇ। ਫਿਰ ਉਸ ਤੋਂ ਬਾਅਦ ਮੈਂ ਗੁਜਰਾਤ ਖੇਡਣ ਗਈ, 10ਵੀਂ ਕਲਾਸ 'ਚ ਪੜ੍ਹਦੀ ਸੀ ਜਦੋਂ। ਉੱਥੇ ਗੁਜਰਾਤ ਬਹੁਤ ਵਧੀਆ ਕੁਆਟਰ ਫਾਈਨਲ ਹਾਰ ਗਏ ਸੀ, ਮਤਲਬ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉੱਥੇ ਮੈਨੇ। ਤੇ ਮੈਡਲ ਹੁਣ ਤੱਕ ਤੁਹਾਡੇ ਕਿੰਨੇ ਨੇ, ਕਿੱਥੇ ਕਿੱਥੇ ਨੇ? ਮੇਰੇ ਮੈਡਲ ਜੀ, ਸਭ ਤੋਂ ਮੇਨ ਮੈਡਲ ਹੈ ਜੀ, ਮਤਲਬ ਮੈਂ ਸੀਨੀਅਰ ਨੈਸ਼ਨਲ 2018 ਦੇ ਵਿੱਚ, 2017 ਅਤੇ 18 ਦੇ ਵਿੱਚ ਮੈਡਲ ਆਇਆ ਸੀਗਾ, ਅਤੇ ਉਹ ਹੈਦਰਾਬਾਦ ਹੋਇਆ ਸੀਗਾ ਜੀ। ਸੀਨੀਅਰ ਨੈਸ਼ਨਲ ਕੁੜੀਆਂ ਦੀ ਲੀਗ ਹੋਈ ਸੀ ਜੀ ਉੱਥੇ, ਅਤੇ ਉਹਦੇ ਵਿੱਚ ਸਾਡੀ 3rd ਪਲੇਸ ਆਈ ਸੀਗੀ। ਅਤੇ ਉਹ ਮੈਡਲ ਨਾਲ ਜੀ ਮੈਨੂੰ ਆਸ ਹੋਈ ਵੀ ਚਲੋ ਵੀ ਹੁਣ ਮੈਂ ਕਿਤੇ ਰੋਜੀ ਰੋਟੀ ਲੱਗ ਜੂੰਗੀ। ਅਤੇ ਉਸ ਤੋਂ ਬਾਅਦ ਜੀ ਸ਼ਾਜ਼ਲੀ ਚੈਂਪੀਅਨਸ਼ਿਪ ਹੋਈ, ਪੰਜਾਬ ਚੈਂਪੀਅਨਸ਼ਿਪ ਹੋਈ ਸੀ, ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ। ਉੱਥੇ ਮੈਂ ਪਹਿਲੀ ਵਾਰ ਜੂਨੀਅਰ ਖੇਡੀ ਸੀ, ਅਤੇ ਮੈਂ ਉੱਥੇ ਮਤਲਬ ਗੋਲਡ ਲੈ ਕੇ ਦਿੱਤਾ ਜੀ। ਅਤੇ ਬਾਕੀ ਉੱਥੇ ਮੈਂ ਬੈਸਟ ਰੇਡਰ ਵੀ ਨਿਕਲੀ ਜੀ। ਅਤੇ ਉਸ ਤੋਂ ਬਾਅਦ ਫਿਰ ਮੀਰ ਹੇੜੀ ਹੋਈ ਸੀ ਚੈਂਪੀਅਨਸ਼ਿਪ, ਪੰਜਾਬ ਦੀ ਚੈਂਪੀਅਨਸ਼ਿਪ ਹੋਈ ਸੀ ਜੀ। ਉੱਥੇ ਮੈਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਜਿੰਨੇ ਸਾਲ ਮੈਨੇ ਜੂਨੀਅਰ ਦੀ ਚੈਂਪੀਅਨਸ਼ਿਪ ਖੇਡੀ, ਉਨੇ ਸਾਲ ਮੈਨੇ ਜੀ ਚੈਂਪੀਅਨਸ਼ਿਪ 'ਚੋਂ ਗੋਲਡ ਲੈ ਕੇ ਦਿੱਤਾ ਗਾ। ਹਾਂਜੀ, ਦੇ ਨਾਲ ਬੈਸਟ ਰੇਡਰ ਵੀ ਨਿਕਲਦੀ ਰਹੀਆਂ। ਅਤੇ ਉੱਥੇ ਮੈਨੂੰ ਉੱਥੋਂ ਦੇ ਮਤਲਬ ਪਿੰਡ ਦੇ ਜਿਹੜੇ ਮੈਂਬਰ ਸਰਪੰਚ ਹੁੰਦੇ ਸੀ, ਉੱਥੇ ਉਹਨਾਂ ਨੇ ਮੈਨੂੰ ਕਿਲੋ ਘਿਓ ਵੀ ਦਿੱਤਾ ਸੀ ਜਦੋਂ ਮੈਂ ਵਧੀਆ ਪ੍ਰਦਰਸ਼ਨ ਕੀਤਾ ਉੱਥੇ। ਹਾਂਜੀ, ਮਤਲਬ ਸ਼ਾਜ਼ਲੀ ਵਾਲੇ ਉੱਥੋਂ ਦੇ ਜਿਹੜੇ ਮੈਂਬਰ ਸਰਪੰਚ ਸੀਗੇ, ਉਹਨਾਂ ਨੇ ਮੇਰਾ ਬਹੁਤ ਵਧੀਆ ਮਾਣ ਤਾਣ ਕੀਤਾ। ਹਾਂਜੀ। ਤੇ ਬਈ ਜਿਵੇਂ ਘਰ ਦੇ ਜਿਹੜੇ ਹਾਲਾਤ ਸੀ ਉਹ ਤਾਂ ਆਪਾਂ ਪਤਾ ਹੀ ਹੈ, ਮਿਹਨਤ ਮਜ਼ਦੂਰੀ ਕਰਨੀ, ਪਰਿਵਾਰ ਲੰਬਾ ਸੀ, ਤੇ ਤੁਹਾਨੂੰ ਸਪੋਰਟ ਕੌਣ ਕਰਦਾ ਸੀ? ਸਭ ਤੋਂ ਜ਼ਿਆਦਾ ਤਾਂ ਸਪੋਰਟ ਮੈਨੂੰ ਜਿਹੜਾ ਸਹਿਯੋਗ ਸੀ, ਜਿੱਥੋਂ ਮੈਂ ਉੱਠੀ ਸੀ, ਮੈਨੂੰ ਮਾਸਟਰ ਜਰਨੈਲ ਸਿੰਘ ਜੀ ਨੇ ਮੈਨੂੰ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਡਾ ਮਤਲਬ ਅੱਗੇ ਸਾਨੂੰ ਸੋਚਿਆ ਵੀ ਬੱਚੇ ਵਧੀਆ ਖੇਡਦੇ ਨੇ, 2-4 ਬੱਚੇ ਸੀ ਅਸੀਂ, ਵੀ ਕਿਸੇ ਵਧੀਆ ਟੀਚਰ ਨੂੰ ਦਿੱਤਾ ਜਾਵੇ, ਕੋਈ ਵਧੀਆ ਕੋਚ ਹੁੰਦਾ। ਫਿਰ ਮਤਲਬ ਸਰਦਾਰ ਪਰਮਜੀਤ ਕੋਚ ਸੀਗੇ, ਉਹਨਾਂ ਨੇ ਮਤਲਬ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਹ ਬੱਚਿਆਂ ਦਾ ਵੀ ਤੁਸੀਂ ਇਹਨੂੰ ਪ੍ਰੈਕਟਿਸ ਕਰਾਉਣੀ ਆ, ਜਖੇਪਲ ਦੇ ਨੇ ਉਹ ਵੀ। ਅਤੇ ਉਹ ਸਾਨੂੰ ਫਿਰ ਅਸੀਂ 11ਵੀਂ ਦੇ ਵਿੱਚ ਬਾਬਾ ਪਰਮਾਨੰਦ ਕੰਨਿਆ ਮਹਾਵਿਦਿਆਲਿਆ ਜਖੇਪਲ ਕੁੜੀਆਂ ਦੀ ਸੰਸਥਾ ਬਣੀ ਹੋਈ ਹੈ, ਉੱਥੇ ਬਾਬਾ ਪ੍ਰੀਤਮ ਦਾਸ ਜੀ ਨੇਗੇ, ਉੱਥੇ ਉਹਨਾਂ ਨੇ ਸਾਡੀਆਂ ਫੀਸਾਂ ਨੂੰ ਮਾफ़ ਕਰਕੇ ਅਸੀਂ ਉੱਥੇ ਵਧੀਆ ਪ੍ਰਦਰਸ਼ਨ ਕੀਤਾ। ਅਤੇ ਸਾਨੂੰ ਬਹੁਤ ਮਿਹਨਤ ਕਰਵਾਈ, ਕੋਚ ਸਾਹਿਬ ਨੇ ਜੀ ਸਾਡੇ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ, ਅਤੇ ਅਸੀਂ 2 ਸਾਲ ਹੀ ਉਹਨਾਂ ਨੂੰ ਅਸੀਂ ਜੀ ਮੈਡਲ ਲੈ ਕੇ ਦਿੱਤਾ। ਅਤੇ ਸਾਡੀ ਉਹਨਾਂ ਨੇ ਹੈਲਪ, ਅਤੇ ਬਾਬਾ ਪ੍ਰੀਤਮ ਦਾਸ ਜੀ ਨੇ, ਉਹਨੇ ਸਾਨੂੰ ਕਿਉਂਕਿ ਮੈਨੂੰ ਘਰੋਂ ਤਾਂ ਖੁਰਾਕ ਨਹੀਂ ਜੁੜਦੀ ਸੀ ਜੀ, ਕਿਉਂਕਿ ਮੇਰੇ ਹਾਲਾਤ ਬਹੁਤ ਬੱਤਰ ਸੀ, ਖਰਾਬ ਸੀਗੇ, ਕਿਉਂਕਿ ਸਾਡਾ ਗੁਜ਼ਾਰਾ ਮਸਾਂ ਹੁੰਦਾ ਸੀ। ਪਰ ਬਾਬਾ ਪ੍ਰੀਤਮ ਦਾਸ ਜੀ ਨੇ ਮੈਨੂੰ ਮੇਰੀ ਖੁਰਾਕ ਦਾ ਪ੍ਰਬੰਧ ਕੀਤਾ ਜੀ। ਉੱਥੋਂ ਦੀ ਜਿਹੜੀ ਮੈਨੇਜਮੈਂਟ ਸੀਗੀ ਸਾਰੀ, ਅਤੇ ਸਕੂਲ ਦੇ ਪ੍ਰਿੰਸੀਪਲ ਸੀਗੇ ਦਰਸ਼ਨ ਖਾਨ ਜੀ, ਕਾਲਜ ਦੇ ਪ੍ਰਿੰਸੀਪਲ ਸੀ ਡਾਕਟਰ ਓਂਕਾਰ ਸਿੰਘ ਜੀ, ਅਤੇ ਉਹਨਾਂ ਨੇ ਮੇਰੀ ਬਹੁਤ, ਹੁਣ ਵੀ ਇਸ ਟਾਈਮ ਕਰ ਰਹੇ ਨੇ ਜੀ। ਹਾਂਜੀ। ਅੱਛਾ ਬਈ, ਆਪਾਂ ਗੱਲ ਕਰੀਏ ਜਿਵੇਂ ਉਹਨਾਂ ਦੀ ਸਪੋਰਟ ਹੋ ਗਈ ਤੁਹਾਨੂੰ, ਤੇ ਘਰ ਦੇ ਜਿਹੜੇ ਹਾਲਾਤ ਸੀ ਤੁਹਾਡੇ, ਜੇ ਪਰਿਵਾਰ ਦੀ ਬੱਚਿਆਂ ਦੀ, ਜਿਹੜੀਆਂ ਤੁਹਾਡੀਆਂ ਭੈਣਾਂ ਸੀ ਉਹ ਵੀ ਨਾਲ ਮਾਤਾ ਦੇ ਨਾ ਖੇਤਾਂ ਦੇ ਵਿੱਚ ਕੰਮ ਕਰਦੇ, ਮਿਹਨਤ ਮਜ਼ਦੂਰੀ ਦਾ, ਤੇ ਉਹਨਾਂ ਨੇ ਨਹੀਂ ਕਦੀ ਕਿਹਾ ਸੀਗਾ ਵੀ ਤੂੰ ਮਤਲਬ ਕਿ ਬਾਕੀ ਅਨਪੜ੍ਹ ਨੇ, ਤੂੰ ਇਕੱਲੀ ਪੜ੍ਹਦੀ ਸੀ, ਵੀ ਇਹਨੂੰ ਆਪਾਂ ਇੱਧਰ ਲਾਈਏ ਜਾਂ? ਮਤਲਬ ਸਾਰੇ ਕਹਿੰਦੇ ਸੀਗੇ ਜੀ ਮੈਨੂੰ, ਸ਼ੁਰੂ ਤੋਂ ਹੀ ਮੇਰੀ ਲਾਈਫ 'ਚ ਬਹੁਤ ਜ਼ਿਆਦਾ ਸਟਰਗਲ ਸੀਗਾ, ਮੈਨੇ ਬਹੁਤ ਜ਼ਿਆਦਾ ਸਟਰਗਲ ਕੀਤਾ, ਪਰ ਸ਼ੁਰੂ ਤੋਂ ਹੀ ਕਹਿੰਦੇ ਸੀ ਵੀ ਸਾਰੇ ਮਜ਼ਦੂਰੀ ਕਰਦੇ ਨੇ, ਵੀ ਤੂੰ ਕੀ ਪੜ੍ਹ ਕੇ, ਜੇ ਤਾਂ ਉਹ ਪੜ੍ਹੇ ਹੁੰਦੇ ਸ਼ਾਇਦ ਉਹਨਾਂ ਦੀ ਸੋਚ ਹੋਰ ਹੁੰਦੀ, ਪਰ ਉਹ ਵੀ ਐਂ ਸੋਚਦੇ ਸੀ ਵੀ ਮੈਂ ਵੀ ਇਹਨਾਂ ਵਾਂਗੂ ਵੀ ਮਿਸਤਰੀਆਂ ਨਾਲ ਕੰਮ ਕਰਾਂ, ਵੀ ਦਿਹਾੜੀ ਕਰਾਂ, ਵੀ ਵਧੀਆ ਇੱਦੂ। ਪਰ ਇਹ ਮੈਂ ਸੋਚਿਆ ਵੀ ਮੈਂ ਕੁਛ ਕਰਨਾ ਹੈਗਾ, ਵੀ ਮੈਨੂੰ ਅੱਗੋਂ ਮੇਰੇ ਰੱਬ ਨੇ ਵੀ ਮੇਰੀ ਉੱਤੇ ਮਿਹਰ ਕਰੀ ਜੀ, ਕੁਛ ਮੈਂ ਕੋਸ਼ਿਸ਼ ਕੀਤੀ, ਕੁਛ ਮੇਰੇ ਲੋਕਾਂ ਦੇ ਸਹਿਯੋਗ ਨਾਲ ਜੀ,
ਮੈਂ ਇੱਥੇ ਤੱਕ ਆ ਗਈ ਜੀ। ਉਹ ਤਾਂ ਸਾਰੇ ਐਂ ਚਾਹੁੰਦੇ ਸੀ ਵੀ ਮੈਂ ਵੀ ਮਜ਼ਦੂਰੀ ਹੋਈ ਕਰਾਂ ਜੀ, ਪਰ ਮੈਂ ਆਪਦੀ ਲਾਈਫ ਨੂੰ ਮਤਲਬ ਅੱਗੇ ਚੱਲੀ ਗਈ ਵੀ ਕੁਛ ਨਹੀਂ ਹੁੰਦਾ, ਜਿਹੜਾ ਕੁਛ ਹੁੰਦਾ ਦੇਖੀ ਜਾਂਦੇ ਵੀ ਹੋ ਹੀ ਜਾਂਦਾ, ਪਰ ਆਪਦੀ ਚਾਲ ਨਹੀਂ ਮੈਂ ਛੱਡਣੀ ਹੈਗੀ। ਤੇ ਅੱਜ ਬਾਈ ਫਿਰ ਮਨ ਦੇ ਵਿੱਚ ਜਦੋਂ ਮਾਤਾ ਜੀ ਗੱਲ ਸੁਣਾਉਂਦੇ ਨੇ ਹਨਾ ਵੀ ਅਸੀਂ ਤਾਂ ਤੈਨੂੰ ਮਤਲਬ ਕਿ ਡੇਗਣਾ ਚਾਹੁੰਦੇ ਸੀ, ਮਾਰਨਾ ਚਾਹੁੰਦੇ ਸੀ, ਉਹ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਨ ਗੇੜਾ ਖਾਂਦਾ ਬਈ? ਹਾਂਜੀ ਖਾਂਦਾ ਹੈਗਾ, ਪਰ ਨਾ ਉਸ ਟਾਈਮ ਐਂ ਸੋਚਦੇ ਆ ਵੀ ਇਹ ਵੀ ਮਜਬੂਰ ਸੀਗੇ, ਪਰ ਐਂ ਸੋਚਦੇ ਆ ਵੀ ਹਨਾ ਵੀ ਮੇਰੀ ਕਿਸਮਤ ਕਿਵੇਂ ਦੀ ਸੀ, ਵੀ ਮੈਂ ਵੀ ਸਟਾਰਟਿੰਗ ਤੋਂ ਮੈਨੂੰ ਮੇਰੇ ਨਾਲ ਕਿਵੇਂ ਦਾ ਹੋ ਰਿਹਾ। ਪਰ ਮੈਨੂੰ ਹੁਣ ਇਸ ਟਾਈਮ ਫੀਲ ਹੁੰਦਾ ਵੀ ਚਲੋ ਹੁਣ ਤਾਂ ਜੇ ਮੈਂ ਕੁਝ ਕੀਤਾ, ਵਧੀਆ ਕੰਮ ਕਰਿਆ, ਤਾਂ ਮੈਨੂੰ ਘੱਟੋ ਘੱਟ ਹੁਣ ਤਾਂ ਮੇਰਾ ਬਹੁਤ ਵਧੀਆ ਮੋਹ ਕਰਦੇ ਨੇ। ਚਲੋ ਮੇਰਾ ਨਹੀਂ ਸਹੀ, ਅੱਗੇ ਮੈਂ ਹੁਣ ਇਹਨਾਂ ਦਾ ਸਾਰਿਆਂ ਦਾ ਖਿਆਲ ਰੱਖੂੰਗੀ ਜੇ ਕਿਸੇ ਨੇ ਮੇਰਾ ਨਹੀਂ ਰੱਖਿਆ। ਪਰ ਇਹ ਮਜਬੂਰ ਸੀ ਇਸ ਟਾਈਮ, ਇਹ ਵੀ ਮਜਬੂਰ ਸੀ, ਇਹਨਾਂ ਦੀ ਬੇਵਸ ਤੋਂ ਬਾਹਰ ਸੀਗੇ ਇਹ, ਕਿਉਂਕਿ ਇੱਕ ਇੱਕ ਕਮਾਈ ਦੇ ਸਾਧਨ ਨਾਲ ਐਡੇ ਟੱਬਰ ਪਲਣਾ ਬਹੁਤ ਔਖਾ ਸੀਗਾ, ਬਹੁਤ ਜ਼ਿਆਦਾ ਔਖਾ ਸੀਗਾ ਜੀ। ਮਤਲਬ ਐਨੇ ਅਸੀਂ ਧੀਆਂ ਸੀਗੀਆਂ, ਸਾਡਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਹੀ ਸੀ ਜਿਹੜੇ ਕਮਾਈ ਕਰਦੇ, ਸਿਰਫ ਉਹ ਕਮਾਈ ਦੇ ਸਿਰ ਤੇ ਸਾਡਾ ਘਰ ਚੱਲਦਾ ਸੀ। ਤੇ ਬਾਈ ਤੁਸੀਂ ਟ੍ਰਾਇਲ ਦਿੱਤੇ ਹੁਣ ਤੱਕ, ਜਿਵੇਂ ਭਰਤੀ ਆਉਂਦੀ ਹੈ ਆਰਮੀ ਦੀ ਜਾਂ ਕੋਈ ਹੋਰ? ਹਾਂਜੀ, ਮੈਂ CRPF ਦੇ ਫਾਰਮ ਭਰੇ ਸੀਗੇ ਸਪੋਰਟਸ ਕੋਟੇ ਦੇ ਵਿੱਚ। ਮੈਂ ਉੱਥੇ ਰਾਜਸਥਾਨ ਟ੍ਰਾਇਲ ਵੀ ਦੇਣ ਗਈ, ਅਤੇ ਉੱਥੇ ਮੈਨੇ ਦੇਖਿਆ, ਇੰਨੀ ਗੱਲ ਜ਼ਰੂਰ ਨੋਟ ਕੀਤੀ, ਮੈਨੇ ਟ੍ਰਾਇਲ ਵੀ ਦਿੱਤੇ ਵੀ ਸਿਫਾਰਸ਼ਾਂ ਬਹੁਤ ਚੱਲ ਰਹੀਆਂ ਸੀਗੀਆਂ ਉੱਥੇ। ਜਿਹੜੇ ਬੱਚੇ ਦੀ ਗੇਮ ਆ ਉਹਨੂੰ ਤਾਂ ਕੋਈ ਦੇਖਦਾ ਨਹੀਂ ਸੀ, ਕੋਈ ਚਾਂਸ ਹੀ ਨਹੀਂ ਦੇ ਰਿਹਾ ਸੀ। ਪਰ ਇਹ ਗੱਲ, ਮੈਂ ਟ੍ਰਾਇਲ ਵੀ ਦਿੱਤੇ, ਪੁਆਇੰਟ ਵੀ ਬਹੁਤ ਵਧੀਆ ਕੱਢੇ, ਪਰ ਉਸ ਟਾਈਮ ਦੁੱਖ ਹੋਇਆ ਵੀ ਫਿਰ ਵੀ ਅਸੀਂ ਬਾਹਰ ਖੜ੍ਹੇ ਆਂਗੇ। ਟ੍ਰਾਇਲ ਪਾਸ ਕਰਨ ਤੋਂ ਅਸੀਂ ਵੀ ਸਾਡੀ ਸਿਲੈਕਸ਼ਨ ਨਹੀਂ ਹੋਈ ਹੈਗੀ, ਵੀ ਫਿਰ ਵੀ ਬਾਹਰ। ਪਰ ਜਿਹੜਿਆਂ ਨੇ ਕਦੇ ਗਰਾਊਂਡ 'ਚ ਪੈਰ ਵੀ ਨਹੀਂ ਧਰਿਆ ਸੀ, ਉੱਥੇ ਉਹਨਾਂ ਦੀ ਸਿਲੈਕਸ਼ਨ ਵੀ, ਉਹ ਸਿਲੈਕਸ਼ਨ ਕਮੇਟੀ ਦੇ ਉਹ ਚੁਣੇ ਬੈਠੇ ਸੀਗੇ, ਉਹਨਾਂ ਨੇ ਚੁਣ ਰੱਖੇ ਸੀਗੇ। ਇਸ ਗੱਲ ਨੂੰ ਦੇਖ ਕੇ ਵੀ ਸਰਕਾਰਾਂ ਵੀ ਕਿਉਂ ਨਹੀਂ, ਜਿਹੜਾ ਬੱਚਾ ਹੈ ਵਿਚਾਰਾ ਕਿਵੇਂ ਉੱਠਦਾ ਹੈ, ਕਿਹੜੀਆਂ ਮਜਬੂਰੀਆਂ 'ਚ ਉੱਠਦਾ, ਇਹ ਕਿਉਂ ਨਹੀਂ ਸੋਚਦਾ ਹੈਗਾ ਜੀ ਕੋਈ। ਇਹ ਗੱਲ ਮਤਲਬ ਸਰਕਾਰ ਨੂੰ ਚਾਹੀਦਾ ਵੀ ਇਹ ਸੋਚੇ। ਬਿਲਕੁਲ ਜੀ। ਅੱਛਾ ਬਈ, ਜਿਵੇਂ ਤੁਸੀਂ ਕਿਤੇ ਮੈਚ ਖੇਡ ਰਹੇ ਹੋ, ਕੋਈ ਚੈਂਪੀਅਨਸ਼ਿਪ ਦਾ ਜਾਂ ਕਿਤੇ ਵੀ, ਤੁਹਾਡੀ ਪਰਫਾਰਮੈਂਸ ਨੂੰ ਦੇਖ ਕੇ, ਤੁਹਾਡੀ ਖੇਡ ਨੂੰ ਵੇਖ ਕੇ ਕੋਈ ਕਿਤੇ ਉੱਥੇ ਕੋਈ ਅਫਸਰ ਬੈਠਾ ਹੁੰਦਾ ਜਾਂ ਕੋਈ ਲੀਡਰ ਬੈਠਾ ਹੁੰਦਾ, ਕਦੇ ਕਿਸੇ ਨੇ ਅਨਾਉਂਸ ਨਹੀਂ ਕੀਤਾ ਜਾਂਦਾ? ਨਹੀਂ, ਵੈਸੇ ਐਵੇਂ ਦਾ ਕੋਈ ਅਨਾਊਂਸ ਨਹੀਂ ਕੀਤਾ ਜੀ। ਜਦੋਂ ਮੈਂ ਮਤਲਬ ਹੁਣ ਖੇਲੋ ਇੰਡੀਆ ਹੋਈ ਸੀ ਜੀ, ਉਦੋਂ ਮੈਂ ਖੇਡਣ ਗਈ ਸੀ। ਉੱਥੇ ਜਦੋਂ ਵੀ ਪਤਾ ਲੱਗਿਆ ਵੀ ਸੀਨੀਅਰ ਨੈਸ਼ਨਲ ਮੈਡਲਿਸਟ ਹੈ, ਉੱਥੇ ਕੋਈ ਅਫਸਰ ਆਇਆ ਸੀਗਾ, ਉਹ ਕਹਿੰਦੇ ਵੀ 12 ਵੈਕੈਂਸੀਆਂ ਨਿਕਲੀਆਂ ਨੇਗੀਆਂ, CRPF ਦੇ ਵਿੱਚ ਹੀ ਨਿਕਲੀਆਂ ਸੀਗੀਆਂ, ਵੀ ਇਹਦੀ ਪੋਸਟ ਵੀ ਚਲੋ ਇਹਨੂੰ ਵੀ ਇਹਦਾ ਫਾਰਮ ਭਰੋ ਵੀ ਸਪੋਰਟਸ ਕੋਟੇ ਦੇ। ਉੱਥੇ ਮੇਰਾ ਫਾਰਮ ਵੀ ਭਰ ਲਿਆ ਜੀ, ਪਰ ਉਸ ਤੋਂ ਬਾਅਦ ਕਦੇ ਕਿਸੇ ਦੀ ਕੋਈ ਕਾਲ ਨਹੀਂ ਆਈ, ਕਿਉਂਕਿ ਉੱਥੇ ਸਾਰੇ ਸਿਫਾਰਸ਼ੀ ਸੀ ਜੀ। ਅਗਲਾ ਆਏਂ ਨਹੀਂ ਵੇਖਦਾ ਸੀਗਾ ਵੀ ਹਾਂ ਵੀ ਇਹ ਬਹੁਤ, ਇਹਨੂੰ ਬਹੁਤ ਜ਼ਰੂਰਤ ਹੈ, ਵੀ ਪਤਾ ਨਹੀਂ ਇਹਨਾਂ ਦਾ ਘਰ ਕਿਵੇਂ ਚੱਲਦਾ। ਪਰ ਬਹੁਤ ਸਿਫਾਰਸ਼ ਚੱਲਦੀ ਹੈ ਜੀ, ਸਿਫਾਰਸ਼ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ ਜੀ। ਇੱਥੇ ਆ ਕੇ ਨਾ ਕੋਈ ਵੀ ਖਿਡਾਰੀ ਹੈ, ਕੋਈ ਵੀ ਮਿਹਨਤਕਸ਼ ਬੰਦਾ ਨਾ, ਉਹਦੇ ਮਨ ਦੇ ਉੱਤੇ ਸੱਟ ਵੱਜਦੀ ਹੈ, ਕਿਉਂਕਿ ਜਦੋਂ ਮਿਹਨਤ ਵਾਲਾ ਬੰਦਾ ਪਿੱਛੇ ਰਹਿ ਜਾਂਦਾ ਤੇ ਸਿਫਾਰਿਸ਼ ਵਾਲਾ ਜਾਂ ਪੈਸੇ ਵਾਲਾ ਬੰਦਾ ਅੱਗੇ ਲੱਗ ਜਾਂਦਾ। ਹਾਂਜੀ ਵੀਰ ਜੀ, ਇਹ ਤਾਂ ਗੱਲ ਹੈਗੀ ਆ ਵੀ ਸੱਟ ਤਾਂ ਲੱਗਣੀ ਆ, ਕਿਉਂਕਿ ਜੇ ਸਰਕਾਰ ਕੁਛ ਐਵੇਂ ਦੇ ਪਲੇਅਰਾਂ ਦਾ, ਕੁਛ ਲੋੜਵੰਦ ਪਲੇਅਰਾਂ ਦਾ ਕੁਛ ਕਰੂਗੀ, ਤਾਂ ਅੱਗੇ ਹੋਰ ਵੀ ਪਲੇਅਰ ਉੱਠਣਗੇ, ਤਾਂ ਅੱਗੇ ਹੋਰ ਵੀ ਪਨੀਰੀ ਤਿਆਰ ਹੋਊਗੀ। ਫਿਰ ਸਰਕਾਰ ਕਰਦੀ ਕਿਉਂ ਨਹੀਂ ਹੈਗੀ? ਕੁਛ ਨਹੀਂ ਕਰ ਰਹੀ ਸਰਕਾਰ ਇਸ ਗੱਲ ਦੇ ਵਿੱਚ। ਸਮਾਂ ਜੀ ਉੱਠਣ ਦੀ ਬਜਾਏ ਦਬਾ ਦਿੱਤਾ ਜਾਂਦਾ ਹੈ। ਬਿਲਕੁਲ ਬਾਈ, ਜਿੱਥੇ ਹੁਣ ਜਦੋਂ ਕੋਈ ਮੈਡਲ ਲੈ ਆਉਂਦਾ ਹੈ, ਉਹ ਆਪਾਂ ਦੇਖਦੇ ਹਾਂ ਉਹਨਾਂ ਦੇ ਹਾਲਾਤ ਘਰਾਂ ਦੇ, ਜਦੋਂ ਉਹ ਕੁਝ ਪ੍ਰਾਪਤੀ ਕਰਦਾ, ਉਸ ਤੋਂ ਬਾਅਦ ਵੀ ਐਲਾਨ ਹੁੰਦੇ ਨੇ, ਉਹ ਮਿਲਦੇ ਨੇ ਕਿ ਨਹੀਂ ਬੰਦੇ, ਉਹ ਗੱਲਾਂ ਬਾਅਦ ਦੀਆਂ ਨੇ। ਪਰ ਜੇ ਉਸ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਜਾਵੇ ਤਾਂ ਫਿਰ ਹੋ ਸਕਦਾ ਉਸ ਤੋਂ ਵਧੀਆ ਪਰਫਾਰਮੈਂਸ ਕਰ ਸਕਣ ਜੀ। ਬਹੁਤ ਜ਼ਿਆਦਾ ਮਤਲਬ ਸਮਾਂ ਹੀ ਉਹਨਾਂ ਨੂੰ ਵੇਖ ਵੇਖ ਧੀਆਂ ਹੋਰ ਵੀ ਅੱਗੋਂ ਆਪਦੇ ਘਰੋਂ ਉੱਠਦੀਆਂ ਨੇ, ਕੁਛ ਕਰਨ ਦੀਆਂ ਚਾਹਵਾਨ ਹੁੰਦੀਆਂ ਨੇ ਵੀ ਅੱਜ ਉਹਨਾਂ ਦਾ ਬੱਚਾ ਇੰਨਾ ਵਧੀਆ ਅੱਜ ਨੌਕਰੀ ਕਰ ਰਿਹਾ। ਠੀਕ ਆ, ਤਾਂ ਹੀ ਹੁੰਦਾ ਹੀ ਸਭ ਕੁਛ ਜੇ ਸਹਿਯੋਗ ਨਾਲ ਹੋਊਗਾ ਸਭ ਨਾਲ। ਇੱਕ ਪਲੇਅਰ ਖੇਡ ਕੇ ਕਿੰਨਾ ਕੁ ਟਾਈਮ ਖੇਡੀ ਜਾਊਗਾ, ਕਿੰਨਾ ਕੁ ਟਾਈਮ ਗੇਮ ਖੇਡੀ ਜਾਂਦਾ ਹੁੰਦਾ ਜੀ, ਤਕਰੀਬਨ 10 ਸਾਲ ਖੇਡ ਲੂ, 15 ਸਾਲ, ਉਸ ਤੋਂ ਬਾਅਦ ਉਹ ਖੇਡ ਨਹੀਂ ਸਕਦਾ ਜੀ। ਪਰ ਸਰਕਾਰ ਨੂੰ ਚਾਹੀਦਾ ਵੀ ਜੇ ਬੱਚਾ ਕੋਈ ਵਧੀਆ ਖੇਡਦਾ ਹੈਗਾ, ਉਹਦੀ ਸੁਣਨੀ ਵੀ ਚਾਹੀਦੀ ਹੈ। ਬੱਚੇ ਕੋਲੇ ਸਭ ਕੁਝ ਹੋ ਕੇ ਵੀ ਡਿਜ਼ਰਵ ਕਰਦਾ ਇਹ ਜਗ੍ਹਾ ਤੇ, ਹੁਣ ਉਹਦੀ ਜ਼ਰੂਰ ਸੁਣਨੀ ਚਾਹੀਦੀ ਹੈ। ਪਰ ਸਰਕਾਰ ਆਪਣੀ ਨਹੀਂ ਸੁਣਦੀ ਜੀ, ਗਰੀਬਾਂ ਦੀ। ਉਹ ਤਾਂ ਜੇ ਸਿਫਾਰਿਸ਼ ਹੈਗੀ ਆ ਤਾਂ ਸੁਣ ਲੈਣਗੇ, ਸਾਡੀ ਨਹੀਂ ਸੁਣਦੇ ਨਹੀਂ। ਜੇ ਪੈਸਾ ਤੇ ਸਿਫਾਰਿਸ਼ ਹੈ ਤਾਂ ਹਾਂਜੀ, ਜੇ ਬਾਈ ਜੀ ਜੇ ਸਾਡੇ ਕੋਲੇ ਪੈਸਾ ਹੁੰਦਾ, ਨਾਮ ਸ਼ੌਹਰਤ ਹੁੰਦੀ, ਫਿਰ ਸਾਨੂੰ ਅਸੀਂ ਕਿਉਂ ਕਿਸੇ ਦੇ ਐਵੇਂ ਤਰਲੇ ਕੱਢੀਏ ਜੀ, ਕਿਉਂ ਕਿਸੇ ਨੂੰ, ਸਰਕਾਰ ਨੂੰ ਵੀ ਅਸੀਂ ਕਿਉਂ ਕਹੀਏ ਅਸੀਂ ਜੇ ਇੰਨਾ ਪੈਸਾ, ਫਿਰ ਅਸੀਂ ਆਪਦੇ ਭਾਈ ਦਾ ਇਲਾਜ ਹੀ ਨਾ ਕਰਾ ਲਈਏ। ਠੀਕ ਹੈ ਨਾ। ਪਰ ਹੁਣ ਦੁੱਖ ਇਹ ਹੁੰਦਾ ਵੀ ਸਾਡੇ ਕੋਲੇ ਮੈਡਲ ਟਰੋਫੀਆਂ ਵੀ, ਜਿਹੜਾ ਇਹ ਸਾਡੇ ਘਰ ਭਰੇ ਪਏ ਨੇ, ਵੀ ਇਹ ਸਾਡਾ ਪੇਟ ਨਹੀਂ ਭਰ ਸਕਦੇ। ਜਦੋਂ ਅਸੀਂ ਗੁਜ਼ਾਰਾ ਹੀ ਫਿਰ ਤਾਂ ਜਿਹੇ ਜੀ ਦਿਹਾੜੀ ਕਰ ਲਈ ਉਹੀ ਹੈ।
ਐਦੂ ਵਧੀਆ ਤਾਂ ਫਿਰ ਦਿਹਾੜੀ ਵਾਲਾ ਕੰਮ ਹੋ ਰਿਹਾ ਜੀ। ਹੁਣ ਮੈਚਾਂ ਤੇ ਖੇਡਦੇ 4 ਪੈਸੇ ਆਉਂਦੇ ਆ, ਉਹ ਸਾਡੇ ਘਰ ਦਾ ਗੁਜ਼ਾਰਾ ਚੱਲਦਾ, 2 ਟਾਈਮ ਦੀ ਰੋਟੀ ਪੱਕਦੀ ਹੈ। ਫਿਰ ਹੁਣ ਅਸੀਂ ਉਹ ਕਿਵੇਂ ਕਰੀਏ? ਹੁਣ ਉਹ ਵੀ ਲੋਕਡਾਊਨ ਲੱਗ ਰਿਹਾ ਸੀਗਾ, ਉਹਦੇ ਵਿੱਚ ਸਾਨੂੰ ਪਤਾ ਅਸੀਂ ਕਿਵੇਂ ਗੁਜ਼ਾਰਾ ਕਿਵੇਂ ਕਿਵੇਂ ਗੁਜ਼ਾਰਾ ਕੀਤਾ ਬਾਈ? ਮੈਂ ਵੈਸੇ ਇਸ ਤੋਂ ਬਾਅਦ ਸਵਾਲ ਇਹ ਪੁੱਟ ਕਰਨਾ ਸੀ, ਜਿਵੇਂ 1.5 ਸਾਲ ਹੋ ਗਿਆ, ਜੇ ਪਹਿਲਾਂ ਤੁਸੀਂ ਕਮਾ ਕੇ ਲਿਆਉਂਦੇ ਹੋ, ਘਰ ਦਾ ਖਰਚਾ ਜਿਹੜਾ ਤੁਹਾਡਾ, ਤੁਸੀਂ ਇੱਕ ਹੋਰ ਵੀ ਹੈ ਜਿਹੜੇ ਤੁਹਾਡੇ ਭੈਣਾਂ ਦੇ ਕਾਰ ਵਿਹਾਰ ਹੁੰਦੇ ਨੇ, ਹਰੇਕ ਧੀ ਭੈਣ ਨੂੰ ਆਸ ਹੁੰਦੀ ਹੈ ਆਪਦੇ ਪੇਕਿਆਂ ਕਰੀ, ਉਹ ਵੀ ਤੁਸੀਂ ਖੁਦ ਕਰਦੇ ਹੋ, ਤੇ ਆ ਲੋਕਡਾਊਨ ਦੇ ਵਿੱਚ ਤੁਸੀਂ ਕਿਵੇਂ ਕਰਦੇ ਨੇ ਮੈਨੂੰ? ਲੋਕਡਾਊਨ ਦੇ ਵਿੱਚ ਹੀ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਇਹ ਹੈ ਵੀ ਉਹੀ ਗੱਲ ਹੀ ਦਿਹਾੜੀ ਵਾਲਾ ਕੰਮ ਹੋ ਗਿਆ ਸੀ, ਲੋਕਾਂ ਦੇ ਲੱਗ ਕੇ ਦਿਹਾੜੀ ਕੰਮ ਵਾਲਾ ਕੰਮ ਹੋ ਗਿਆ ਸੀ। ਉਹੀ ਕਹਾਣੀ ਮੁੜ ਦੁਹਰਾ ਰਹੀ ਸੀ ਵੀ ਜਿਵੇਂ ਭੈਣਾਂ ਕਹਿੰਦੀਆਂ ਸੀ ਵੀ ਦਿਹਾੜੀ ਵੀ ਸਭ ਕੁਝ ਹੋ ਕੇ ਵੀ ਅੱਜ ਦਿਹਾੜੀ ਕਰਨੀ ਪੈ ਰਹੀ ਹੈਗੀ। ਸੋਚਿਆ ਕਰੀਏ ਵੀ ਅੱਜ ਭਾਈ ਨੂੰ ਵੀ ਕਦੇ ਕਦੇ ਐਂ ਸੋਚਣ ਲਈ ਮਜਬੂਰ ਵੀ ਇਹਨੂੰ ਵੀ ਤੋਰ ਦਈਏ ਕੰਮ, ਤੇ ਐਂ ਹੋ ਜਾਂਦਾ ਸੀਗਾ। ਬਾਕੀ ਭੈਣਾਂ ਦਾ ਸੰਧਾਰੇ ਜਾਂਦੇ ਨੇ 100 ਹੋ ਜਾਂਦੇ ਨੇ, ਮੈਨੂੰ ਲੈ ਕੇ ਜਾਣਾ ਪੈਂਦਾ, ਪਰ ਮੈਂ ਐਂ ਸੋਚਦੀ ਸੀ ਵੀ ਉਹਨਾਂ ਆਸ ਕਰਨਗੇ ਉਹ ਮਾਂ ਪਿਓ ਦੀ, ਕਿਉਂਕਿ ਇਹ ਤਾਂ ਵਿਚਾਰੇ ਜਦੋਂ ਬਜ਼ੁਰਗ ਨੇ, ਹੁਣ ਇਹਨਾਂ ਤੋਂ ਨਾ ਤਾਂ ਕੰਮ ਬਣਦਾ ਸੀ, ਮੇਰੇ ਸਿਰ ਤੇ ਹੀ ਘਰ ਚੱਲੀ ਜਾਂਦਾ ਸੀ ਬਸ ਹੀ। ਤੇ ਉਹਨਾਂ ਦੇ ਸੰਧਾਰੇ ਵਗੈਰਾ ਹੀ ਜਦੋਂ ਕੋਈ ਤਿਉਹਾਰ ਹੁੰਦਾ ਮੈਨੂੰ ਹੀ ਦੇ ਕੇ ਆਉਣੇ ਪੈਂਦੇ ਸੀ ਸਾਰੇ ਹੀ, ਵੀ ਉਹ ਵੀ ਆਸ ਕਰਦੀਆਂ ਸੀ। ਮੈਂ ਇੱਕ ਧੀ ਦੀ ਜਗ੍ਹਾ ਤੇ ਹੋ ਕੇ ਇੱਕ ਪੁੱਤ ਦਾ ਫਰਜ਼ ਨਿਭਾਇਆ। ਬਿਲਕੁਲ ਬਾਈ। ਅੱਛਾ ਬਾਈ, ਅੱਜ ਤੱਕ ਜੀ ਉਹਨਾਂ ਨੂੰ ਕਦੇ ਵੀ ਐਵੇਂ ਦੀ ਭਾਈ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਅੱਛਾ ਬਾਈ, ਇਹਨਾਂ ਦੇ ਤੁਸੀਂ ਦੱਸਿਆ ਸੀ ਕਿ ਡਾਕਟਰਾਂ ਦਾ ਵੀ ਅਸੀਂ ਇਲਾਜ ਕਰਵਾ ਲਈਏ, ਕੀ ਕਹਿੰਦੇ ਨੇ ਡਾਕਟਰ, ਕਿੰਨਾ ਕੁ ਦੱਸਿਆ ਵੀ ਇਹਦਾ ਹੱਲ ਹੋ ਸਕਦਾ ਜੀ? ਹਾਂਜੀ, ਕਹਿੰਦੇ ਹੱਲ ਹੋ ਸਕਦਾ ਵੀ 18 ਸਾਲ ਦੀ ਉਮਰ ਤੋਂ ਬਾਅਦ ਵੀ ਇਹਦੇ ਨਾੜ ਚਿਪੀ ਹੋਈ ਹੈ, ਜਿਹੜਾ ਵੀ ਬਲੋਕੇਜ ਹੋਏ ਨੇ, ਵੀ ਉਹਦਾ ਆਪਰੇਸ਼ਨ ਹੋ ਸਕਦਾ। ਪਰ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਖਰਚਾ ਆ ਸਕਦਾ। ਇਹ ਸਾਡੇ ਬਜਟ ਤੋਂ ਬਾਹਰ ਹੈ ਇੰਨਾ ਖਰਚਾ, ਕਿਉਂਕਿ ਸਾਡਾ ਆਪਦੀ ਰੋਜੀ ਰੋਟੀ 2 ਟਾਈਮ ਦੀ ਰੋਟੀ ਮਸਾਂ ਚੱਲਦੀ ਹੈ ਜੀ। ਅਸੀਂ ਇੰਨਾ ਖਰਚਾ ਫਿਰ ਸੋਚਦੇ ਹਾਂ ਵੀ ਚਲੋ ਪਰਮਾਤਮਾ ਕੁਛ ਤਾਂ ਕਰੂਗਾ ਜੀ, ਮੈਂ ਕਦੇ ਤਾਂ ਮਿਹਨਤ ਮੇਰੀ ਕਦੇ ਤਾਂ ਫਲ ਲੈ ਕੇ ਆਊਗੀ ਜੀ, ਇਹ ਸੋਚ ਕੇ ਕਰਦੇ ਆਂ ਜੀ। ਹਾਂਜੀ। ਅੱਛਾ ਬਾਈ, ਪਹਿਲਾਂ ਤਾਂ ਜਿਵੇਂ ਮਾਸਟਰ ਜਰਨੈਲ ਸਿੰਘ ਜੀ ਤੇ ਨਾਲ ਮਾਸਟਰ ਪਰਮਜੀਤ ਸਿੰਘ ਜੀ, ਉਹਨਾਂ ਨੇ ਤੁਹਾਡੀ ਬਹੁਤ ਸਪੋਰਟ ਕੀਤੀ। ਉਸ ਤੋਂ ਬਾਅਦ ਹੁਣ ਤੁਸੀਂ ਜਿਹੜਾ ਡਾਈਟ ਦਾ ਆਪਣਾ ਨਾਲ ਕਿਉਂਕਿ ਮੈਚ ਬੰਦ ਨੇ, ਹਾਂਜੀ ਮੈਚ ਬੰਦ, ਹਾਂ, ਤੇ ਫਿਰ ਇਹ ਤੁਹਾਡੀ ਸਪੋਰਟ ਕੌਣ ਕਰਦਾ ਜੀ? ਇਹ ਸਾਡੇ ਬਾਬਾ ਪ੍ਰੀਤਮ ਦਾਸ ਜੀ ਨੇ, ਸਕੂਲ ਜਿਨ੍ਹਾਂ ਦੀ ਸੰਸਥਾ ਉਹਨਾਂ ਦੇ ਮੈਨੇਜਰ ਨੇ, ਉਹ ਮੇਰੀ ਬਹੁਤ ਹੈਲਪ ਕਰ ਰਹੇ ਨੇ ਇਸ ਟਾਈਮ ਵੀ, ਹੁਣ ਵੀ ਕਰਦੇ ਨੇਗੇ, ਬਹੁਤ ਜ਼ਿਆਦਾ ਕਰਦੇ ਨੇ। ਜਦੋਂ ਦੇ ਮੇਰੇ ਕੋਚ ਦੀ ਐਕਸਪਾਇਰ ਹੋਏ ਨੇ ਜਦੋਂ ਦੇ, ਤੇ ਉਹਨਾਂ ਨੇ ਮੇਰੀ ਉਸ ਤੋਂ ਬਾਅਦ ਐਂ ਸਮਝੋ ਵੀ ਹੁਣ ਇਹਦਾ ਕੋਈ ਨਹੀਂ ਹੈਗਾ ਇਸ ਹਿਸਾਬ ਨਾਲ ਜੀ, ਮੇਰੀ ਬਹੁਤ ਜ਼ਿਆਦਾ ਮੋਹ ਵੀ ਬਹੁਤ ਕਰਦੇ ਨੇਗੇ। ਮਤਲਬ ਜਦੋਂ ਮੈਂ ਖੇਡ ਕੇ ਆਉਂਦੀ ਜੀ, ਉੱਥੇ ਹੀ ਰਹਿੰਦੀ ਸੀ, ਉੱਥੇ ਹੀ ਖਾਂਦੀ ਪੀਂਦੀ ਸੀ ਲੰਗਰ ਦੀ ਰੋਟੀ। ਕਹਿ ਦਿੰਦੇ ਵੀ ਸਾਰਿਆਂ ਨੂੰ ਵੀ ਖੁਰਾਕ ਵੀ ਬੱਚੇ ਨੂੰ ਖੁਰਾਕ ਨਾਲ ਵੀ ਬਹੁਤ ਸਰੀਰ ਵਧੀਆ ਹੋ ਜਾਂਦਾ। ਮੈਂ ਉੱਥੇ ਲੰਗਰ ਦੀ ਰੋਟੀ ਖਾਂਦੀ ਸੀ, ਉਹ ਵੀ ਮੈਨੂੰ ਬਦਾਮਾਂ ਵਾਂਗੂ ਲੱਗਦੀ ਸੀ। ਅੱਛਾ ਬਾਈ, ਪਰਮਜੀਤ ਕੋਚ ਜੀ ਦਾ ਇਸ ਦੁਨੀਆ ਤੋਂ ਚਲੇ ਜਾਣਾ, ਇਹ ਵੀ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਘਾਟਾ ਹੋਊਗਾ ਜੀ? ਹਾਂਜੀ, ਮੈਨੂੰ ਬਹੁਤ ਜ਼ਿਆਦਾ ਵੱਡਾ ਘਾਟਾ ਪਿਆ ਜੀ, ਕਿਉਂਕਿ ਉਹਨਾਂ ਹੁੰਦੇ ਮੈਨੂੰ ਕਾਸੇ ਚੀਜ਼ ਦਾ ਘਾਟਾ ਨਹੀਂ ਸੀ, ਸੋਚ ਨਹੀਂ ਸੀ। ਉਦੋਂ ਸਿਰਫ ਮੈਂ ਪੜ੍ਹਨਾ ਤੇ ਖੇਡਣਾ ਹੀ ਹੁੰਦਾ ਸੀਗਾ, ਪਰ ਉਹਨਾਂ ਦੇ ਜਾਣ ਨਾਲ ਜੀ ਐਂ ਸਮਝ ਲਓ ਵੀ ਮੇਰੀ ਅੱਧੀ ਦੁਨੀਆ ਹੀ ਖਤਮ ਹੋ ਗਈ। ਬਸ ਉਹਨਾਂ ਦੇ ਹੌਸਲੇ ਨਾਲ ਹੀ ਮੇਰਾ ਹੌਸਲਾ ਸੀ, ਪਰ ਜਦੋਂ ਉਹ ਗਏ ਨੇ ਮੇਰਾ ਆਪਦਾ ਵੀ ਹੌਸਲਾ ਮਤਲਬ ਉਹ ਹੋਣ ਲੱਗ ਗਿਆ ਜੀ। ਮੈਂ ਆਪ ਵੀ ਆਪਦੇ ਆਪ ਨੂੰ ਸਮਝ ਨਹੀਂ ਸਕੀ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਉਹਨਾਂ ਦੇ ਨਾਲ ਜੀ, ਮੈਨੂੰ ਇੰਨਾ ਜ਼ਿਆਦਾ ਘਾਟਾ ਹੋਇਆ ਜੀ। ਬਾਕੀ ਫਿਰ ਉਸ ਤੋਂ ਬਾਅਦ ਹੀ ਮੈਨੂੰ ਮਤਲਬ ਮੀਤਾ ਹੀ ਰੌਂਤਾ ਬਹੁਤ ਵਧੀਆ ਪਲੇਅਰ ਸੀ ਆਪਦੇ ਟਾਈਮ ਦਾ, ਉਹ ਕੋਚ ਨੇ ਜੀ ਅਕੈਡਮੀ ਦੇ, ਤੇ ਉਹ ਸਾਨੂੰ ਹੁਣ ਵਧੀਆ ਮੈਚ ਮੂਚ ਦਿੰਦੇ ਨੇ, ਮੈਨੂੰ ਮੈਚਾਂ ਲਈ ਲੈ ਕੇ ਜਾਂਦੇ ਨੇਗੇ, ਤੇ ਮੈਂ ਵਧੀਆ ਖੇਡਦੀ ਹਾਂ, ਪ੍ਰਦਰਸ਼ਨ ਵੀ ਬਹੁਤ ਵਧੀਆ ਕਰਦੀ ਹਾਂਗੀ, ਬਹੁਤ ਹੈਲਪ ਕਰ ਰਹੇ ਨੇ ਉਹ ਵੀ ਮੇਰੀ। ਅੱਛਾ ਭਾਈ, ਇੱਕ ਨਾ ਆਪਾਂ ਗੱਲ ਕਰੀਏ, ਜਿਵੇਂ ਉਦੋਂ ਜਦੋਂ ਤੁਸੀਂ ਆਲ ਦੇ ਮੈਚ ਖੇਡਣ ਲੱਗੇ, ਹੌਲੀ ਹੌਲੀ ਕਲੱਬਾਂ ਦੇ ਵਿੱਚ ਬਾਕੀ ਉੱਥੇ ਤਾਂ ਤੁਹਾਨੂੰ ਸਮਾਂ ਮਿਲ ਗਿਆ, ਤੁਹਾਨੂੰ ਸਾਥਣ ਖਿਡਾਰਨਾਂ ਮਿਲ ਗਈਆਂ, ਤੇ ਉਦੋਂ ਫਿਰ ਜਿਹੜੀ ਪ੍ਰੈਕਟਿਸ ਹੈ, ਮਿਹਨਤ ਹੈ, ਫਿਰ ਉਹ ਤੁਸੀਂ ਕਿਵੇਂ ਕਰਦੇ ਸੀ? ਬਸ ਹੀ ਉਦੋਂ ਮਿਹਨਤ, ਕਿਉਂਕਿ ਕੋਚ ਵੀ ਐਕਸਪਾਇਰ ਹੋ ਗਏ ਸੀਗੇ, ਤੇ ਉਸ ਤੋਂ ਬਾਅਦ ਐਂ ਸੋਚਣਾ ਹੋ ਗਿਆ ਵੀ ਹੁਣ ਮਿਹਨਤ, ਕਿਉਂਕਿ ਹੋਰ ਕੋਚ ਦੀ ਮੇਰੇ ਤੇ ਮਿਹਨਤ ਲਾਗੂ ਹੀ ਨਹੀਂ ਹੋ ਰਹੀ ਜੀ ਕਿਤੇ ਵੀ ਜਾ। ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਹੀ ਜੀ, ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਉਸ ਟਾਈਮ ਤੇ, ਕਿਉਂਕਿ ਕੋਚ ਸੀ ਜਾਂ ਤੁਹਾਡੇ ਨਾਲ ਵੀ ਖਿਡਾਰੀ ਨਹੀਂ ਸੀ ਉਦੋਂ, ਹਾਂ, ਵੀ ਤੁਹਾਨੂੰ ਮਿਹਨਤ ਹੈ ਜਿਹੜੀ ਉਹ ਤੁਸੀਂ ਕਿੰਨਾਂ ਨਾਲ ਖੇਡਦੇ ਸੀ, ਕਿਵੇਂ ਕਰਦੇ ਸੀ? ਹਾਂਜੀ ਵੀਰ ਜੀ, ਮਤਲਬ ਵੀ ਉਦੋਂ ਮਿਹਨਤ ਸੀਗੀ, ਉਦੋਂ ਮੈਂ ਪਹਿਲਾਂ ਇਕੱਲੀ ਹੋਈ ਲਾਉਂਦੀ ਹੁੰਦੀ ਸੀ ਮਿਹਨਤ, ਇੰਨੀ ਕੋਈ ਖਾਸ ਨਹੀਂ, ਤਕਰੀਬਨ ਮੈਂ ਦੇਖ ਲਓ 300 ਡੰਡ ਮਾਰ ਦਿੰਦੀ ਸੀ ਇਕੱਲੀ, ਮਤਲਬ ਇੰਨੀ ਕੁ ਮਿਹਨਤ ਆਪ ਹੀ ਲਾਈ ਜਾਂਦੀ ਸੀ। ਹੋਰ ਕੋਈ ਸਾਡੇ ਪਿੰਡ 'ਚੋਂ ਵੀ ਨਹੀਂ ਕੋਈ ਕੁੜੀ ਸੀਗੀ, ਮਤਲਬ ਜੇ ਹੁੰਦੀ ਵੀ ਸੀ ਤਾਂ ਵੀ ਘਰ ਦੇ ਮਤਲਬ ਉਹਨਾਂ ਦੀ ਸੋਚ ਥੋੜ੍ਹੀ ਅਜੀਬ ਜੀ ਸੀਗੀ ਵੀ ਘਰੋਂ ਬਾਹਰ ਨਹੀਂ ਕੱਢਦੇ ਸੀ। ਪਰ ਐਂ ਵੀ ਮੇਰੇ ਪੇਰੈਂਟਸ ਇੰਨੇ ਕੁ ਵਧੀਆ ਸੀ ਵੀ ਇਹਨਾਂ ਦੀ ਸੋਚ ਵਧੀਆ ਸੀਗੀ ਵੀ ਚਲੋ ਵੀ ਜੇ ਖੇਡੂਗੀ ਅੱਗੇ। ਸਭ ਤੋਂ ਮੇਨ ਮੇਰੇ ਡੈਡੀ ਦਾ ਬਹੁਤ ਰੋਲ ਹੈ ਜੀ, ਮੰਮੀ ਨੇ ਘੱਟ ਜੀ, ਮੇਰੇ ਡੈਡੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਸੀਗਾ ਵੀ ਤੂੰ ਖੇਡ, ਭੈਣਾਂ ਨੇ ਵੀ ਬਹੁਤ ਸਪੋਰਟ ਕੀਤਾ ਸੀਗਾ ਵੀ ਤੂੰ ਖੇਡ। ਉਹਨਾਂ ਕਰਕੇ ਬਸ ਇਹ ਥੋੜ੍ਹੀ ਮਿਹਨਤ ਨਾਲ ਆਪ ਇਕੱਲੀ ਹੋਈ ਮਿਹਨਤ ਲਾਉਂਦੀ ਸੀ ਜੀ। ਉਸ ਤੋਂ ਬਾਅਦ ਫਿਰ ਮਾਸਟਰ ਜਰਨੈਲ ਸਿੰਘ ਜੀ ਆ ਗਏ ਸੀ, ਫਿਰ ਇਹਨਾਂ ਨੇ ਥੋੜ੍ਹੀ ਕਰਾਈ ਜੀ ਸਾਨੂੰ। ਫਿਰ ਉਹਦੇ ਬਾਅਦ 'ਚ ਪਰਮਜੀਤ
ਕੋਚ ਪਰਮਜੀਤ ਆ ਗਏ ਸੀ, ਉਹਨਾਂ ਨੇ ਮੇਰੀ ਇੰਨੀ ਜ਼ਿਆਦਾ 3 ਸਾਲ ਮੈਨੂੰ ਇੰਨੀ ਮਿਹਨਤ ਕਰਾਈ ਹੈ ਜੀ। ਉਹ ਮੁੰਡਿਆਂ ਨੂੰ ਪ੍ਰੈਕਟਿਸ ਕਰਾਉਂਦੇ ਸੀ, ਕਦੇ ਕੁੜੀਆਂ ਨੂੰ ਪ੍ਰੈਕਟਿਸ ਹੀ ਨਹੀਂ ਕਰਾਈ ਸੀ। ਉਹਨਾਂ ਨੇ ਉਹੀ ਮੇਰੇ ਤੇ ਲਾਗੂ ਕਰਤੀ ਜੀ। ਤੇ ਐਂ ਵੇਖ ਲਓ ਵੀ ਉਹਦਾ ਰਿਜ਼ਲਟ ਕੀ ਨਿਕਲਿਆ। ਅੱਜ ਤੱਕ ਮੈਨੂੰ ਉਹੀ ਪ੍ਰੈਕਟਿਸ ਅੱਜ ਤੱਕ ਜੇ ਨਹੀਂ ਵੀ ਕਰਦੀ ਤਾਂ ਵੀ ਉਹ ਮੇਰੇ ਕੰਮ ਆ ਰਹੀ ਆ ਉਹ ਪ੍ਰੈਕਟਿਸ। ਪਰ ਯਾਦ ਵੀ ਆਉਂਦੀ ਹੈ ਵੀ ਮੈਂ ਉਹ ਟਾਈਮ ਇੰਨੀ ਵਧੀਆ ਮਿਹਨਤ ਲਾਉਂਦੀ ਸੀ। ਪਰ ਹੁਣ ਕਿਸੇ ਦਾ ਇੰਨਾ ਸਹਿਯੋਗ ਨਹੀਂ, ਕੋਈ ਕੋਚ, ਕਿਉਂਕਿ ਹੋਰ ਕੋਚ ਦਾ ਮੇਰੇ ਤੇ ਕੋਈ ਵੀ ਪ੍ਰੈਕਟਿਸ ਲਾਗੂ ਹੀ ਨਹੀਂ ਹੋ ਰਹੀ ਹੈਗੀ। ਤੇ ਅਗਲਾ ਟੀਚਾ ਕੀ ਹੈ ਬਾਈ, ਅੱਗੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਤੇ ਕਹਿਣਾ ਵੀ ਕੀ ਚਾਹੁੰਦੇ, ਕਿਉਂਕਿ ਇੱਕ ਨਾਲ ਇੱਕ ਰੋਜ਼ਗਾਰ ਦਾ ਮਿਲਣਾ ਬਹੁਤ ਜ਼ਰੂਰੀ ਹੈ। ਸਭ ਤੋਂ ਮੇਨ ਗੱਲ ਹੈ ਵੀ ਮੈਂ ਗੇਮ ਤਾਂ ਕੰਟੀਨਿਊ ਹੀ ਰੱਖਣਾ ਚਾਹੁੰਦੀ ਹਾਂ ਜੀ, ਵੀ ਵਧੀਆ ਖੇਡਾਂ, ਵੀ ਆਉਣ ਵਾਲੇ ਟਾਈਮ ਦੀ ਸਟਾਰ ਹੋਵਾਂ ਜੀ, ਇਹ ਸੋਚ ਕੇ ਵੀ ਮੈਂ ਵਧੀਆ ਪਲੇਅਰ ਹੋਵਾਂ, ਵੀ ਅਗਲਾ ਸੋਚਣ ਲਈ ਮਜਬੂਰ ਹੋ ਜੇ ਵੀ ਇਹ ਕਹੇ ਜਿਹੇ ਹਾਲਾਤਾਂ 'ਚ ਉੱਠ ਕੇ ਮੇਰੇ ਵਰਗੀਆਂ, ਅੱਜ ਮੈਂ ਉੱਠੀਆਂ, ਮੇਰੇ ਵਰਗੀਆਂ ਘੱਟੋ ਘੱਟ 10 ਹੋਰ ਉੱਠਣ। ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦੀ ਹਾਂ, ਮੇਰੀ ਇਹੀ ਅਪੀਲ ਹੈਗੀ, ਜਿਹੇ ਜੀ ਮੇਰੀ ਗੇਮ ਹੈ, ਜਿੰਨੀ ਕੁ ਮੇਰੀ ਗੇਮ ਹੈ, ਜਿੰਨਾ ਕੁ ਮੇਰਾ ਜਿਹੇ ਜਿਹਾ ਮੈਂ ਮਿਹਨਤ ਕੀਤੀ ਆ, ਸਿਰਫ ਮੈਨੂੰ ਉਹਦਾ ਫਲ ਚਾਹੀਦਾ ਜੀ, ਹੋਰ ਕੁਛ ਨਹੀਂ ਚਾਹੀਦਾ ਮੈਨੂੰ। ਸਿਰਫ ਮੈਨੂੰ ਉਹਦੇ ਜੋਗਰੀ ਓਨੀ ਕੁ ਮੇਰੀ ਰੋਜੀ ਰੋਟੀ ਚੱਲਦੀ, ਇਹਨਾਂ ਨੂੰ ਪਾਲਣ ਜੋਗਰੀ ਨੌਕਰੀ ਚਾਹੀਦੀ ਹੈ ਜੀ, ਹੋਰ ਕੁਛ ਨਹੀਂ ਚਾਹੀਦਾ ਜੀ। ਬਸ ਕੋਈ ਡਿਮਾਂਡ ਨਹੀਂ, ਸਿਰਫ ਆਪਦੇ ਢਿੱਡ ਪਾਲਣ ਜੋਗਾ, ਰੋਜੀ ਰੋਟੀ ਚਲਾਉਣ ਜੋਗੀ ਨੌਕਰੀ ਚਾਹੀਦੀ ਹੈ ਜੀ, ਕੁਛ ਨਹੀਂ ਚਾਹੀਦਾ ਹੋਰ ਜੀ। ਸੋ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ। ਬਹੁਤ ਬਹੁਤ ਧੰਨਵਾਦ ਵੀਰੇ, ਇੰਨਾ ਕੁ ਟਾਈਮ ਕੱਢਿਆ ਸਾਡੇ ਲਈ। ਸੋ ਦੋਸਤੋ, ਇਹ ਸਨ ਇੱਕ ਬਹੁਤ ਹੀ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰਨ ਵਾਲੀ ਤੇ ਅੱਜ ਵੀ ਜਿਹੜੀ ਸੰਘਰਸ਼ ਕਰ ਰਹੀ ਹੈ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਕਬੱਡੀ ਦੀ ਹੋਣਹਾਰ ਖਿਡਾਰਨ ਸ਼ਿੰਦਰਪਾਲ ਕੌਰ, ਪਿੰਡ ਫਲੇੜਾ। ਆਪਾਂ ਨੇ ਗੱਲਬਾਤ ਕੀਤੀ, ਇਹਨਾਂ ਦੀ ਜ਼ਿੰਦਗੀ ਦੇ ਬਾਰੇ, ਇਹਨਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ। ਸੋ ਬੇਨਤੀ ਕਰਦੇ ਹਾਂ ਕਿ ਸਾਡੀਆਂ ਸੰਸਥਾਵਾਂ ਨੂੰ ਵੀ, ਸਾਡੇ NRI ਭਰਾਵਾਂ ਨੂੰ ਵੀ, ਕਿ ਇੱਦਾਂ ਦੇ ਜਿਹੜੇ ਖਿਡਾਰੀ ਨੇ, ਖਿਡਾਰਨਾਂ ਨੇ, ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ। ਤੇ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੋਈ ਇਦਾਂ ਦੀ ਖੇਡ ਨੀਤੀ ਬਣਾਓ ਕਿ ਤਾਂ ਕਿ ਸਾਡੇ ਜਿਹੜੇ ਪੰਜਾਬ ਦੀ ਨੌਜਵਾਨੀ ਹੈ, ਸਾਡੇ ਧੀਆਂ ਨੇ, ਪੁੱਤ ਨੇ, ਉਹਨਾਂ ਨੂੰ ਸੰਭਾਲਿਆ ਜਾ ਸਕੇ। ਸੋ ਅਗਲੀ ਵਾਰੀ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।